सतनाम श्री वाहिगुरु जी। सतनाम श्री वाहिगुरु जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच सजण सच्चा बात साहो सिर सांद साहो जिस पास बैठिया सोहिए सबना दा विसाहो। सतनाम श्री वाहिगुरु साहिब जी। सलोक बसंत स्वर्ग लोक है जित ते पृथ्वी नवखंडन है बिसरांत हर गोपाल है नानक ते प्राणी उद्यान भरमण है बसंत स्वर्ग लोक है। वाहिगुरु जी का खालसा वाहिगुरु जी की फतेह। कोट ब्रह्मंडां दे मालक जुग जुग अटल शब्दा अवतार दसां पातशाहियां दी आत्मक जोत धन धन सतगुरु श्री गुरु ग्रंथ साहिब सच्चे पातशाह जी महाराज जी दी पावन पवित्र हजूरी दे विच जुड़ मिल बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परमगत मेरी जलन बुझी शीतल होए मनुआ सतगुर का दर्शन पाए जियो। सतगुरां दी पवित्र अमृत बाणी दी कथा विचार व्याख्या सो सरवण करके लाह प्राप्त करो जी। जयसरी दी वार दियां 8 पौड़ियां दी कथा गुरु कृपा सदका आप सरवण कर चुके हो। अज 9वीं पौड़ी श्लोक महले समेत प्रारंभ हो रही है। सतगुरु जी ने ये पावन जयसरी दी वार मृतक प्राणी दे निमित्त कथा करने वास्ते पाठ करने वास्ते उचारी है। इसलिए टोटली
ਇਸ ਵਾਰ ਦੇ ਵਿੱਚ ਬਹੁਤ ਹੀ ਵੈਰਾਗਮਈ ਉਪਦੇਸ਼ ਹੈ। ਸੰਸਾਰ ਅਤੇ ਪਦਾਰਥਾਂ ਨੂੰ ਨਾਸਵੰਤ ਜਨਾਇਆ ਹੈ। ਪ੍ਰਭੂ ਪਰਮਾਤਮਾ ਉਸ ਦੇ ਨਾਮ ਨੂੰ ਸਤ ਕਿਹਾ ਹੈ। ਆਓ ਪਿਆਰ ਨਾਲ ਸੁਣੋ ਜੀ, ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸ਼ਲੋਕ ਸਵੈ ਲੋਕ ਦੀ ਸਰੂਪ ਰੂਪੀ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਛੰਦ। ਸੋ ਕਹੀਏ ਸ਼ਲੋਕ। ਬਸੰਤ ਸਵਰਗ ਲੋਕ ਹੈ। ਭਾਵੇਂ ਜੀਵ ਆਪਣੇ ਸਰੀਰਕ ਬਲ ਦੇ ਨਾਲ ਸਵਰਗ ਲੋਕ ਦੇ ਵਿੱਚ ਵੀ ਜਾ ਕੇ ਰਹਿਣ ਲੱਗ ਪਵੇ। ਜਿਵੇਂ ਜਿਹੜਾ ਰਾਵਣ ਸੀ, ਰਾਵਣ ਕਹਿੰਦੇ ਉਹਨੇ ਸੁਪਨਾ ਲਿਆ ਸੀ ਕਿ ਮੈਂ ਸਵਰਗ ਨੂੰ ਪੌੜੀਆਂ ਲਾ ਦੇਣੀਆਂ ਹਨ। ਐਵੇਂ ਪੁੰਨ ਕਰਦੇ ਰਹੋ, ਜਪਦੇ ਰਹੋ, ਕੋਈ ਦਾਨ ਕਰਨ ਦੀ ਲੋੜ ਨਹੀਂ, ਕੋਈ ਪੁੰਨ ਕਰਨ ਦੀ ਲੋੜ ਨਹੀਂ। ਪੌੜੀਆਂ ਚੜ੍ਹੋ ਅਤੇ ਉਤਰ ਜਾਓ ਜਦੋਂ ਦਿਲ ਕਰੇ। ਐਵੇਂ ਭੱਜੇ ਫਿਰੋ ਫਜ਼ੂਲ ਦਾ ਹੀ। ਇਹ ਰਾਵਣ ਦੇ ਮਨ ਦੀ ਤਮੰਨਾ ਸੀਗੀ ਕਿ ਸਵਰਗ ਨੂੰ ਪੌੜੀਆਂ ਲਾ ਦੇਣੀਆਂ ਹਨ। ਪਰ ਪਾਤਸ਼ਾਹ ਫਰਮਾਉਂਦੇ ਸੋਰਠ ਮਹੱਲਾ ਨਾਮਾ ਮਨ ਕੀ ਮਨ ਹੀ ਮਾਹੇ ਰਹੀ। ਉਹਦੇ ਮਨ ਦੀ ਮਨ ਵਿੱਚ ਹੀ ਰਹਿ ਗਈ। ਕਾਲ ਨੂੰ ਪਾਵੇ ਨਾ ਬੰਨਿਆ ਹੋਇਆ। ਕਹਿੰਦਾ ਅੱਜ ਮਾਰਦਾ, ਭਲਕੇ ਮਾਰਦਾ। ਆਖਰ ਕਾਲ ਨਹੀਂ ਉਹਨੂੰ ਦਬੋਚ ਲਿਆ। ਨਾ ਹਰ ਭਜੇ ਨਾ ਤੀਰਥ ਸੇਵੇ, ਛੋਟੀ ਕਾਲ ਗਹੀ। ਨਾ ਤਾਂ ਹਰੀ ਦਾ ਭਜਨ ਕੀਤਾ, ਨਾ ਹੀ ਤੀਰਥ ਰੂਪ ਸਤਿਗੁਰਾਂ ਦੀ ਸੇਵਾ ਕੀਤੀ, ਸੇਵਨ ਕੀਤਾ। ਕਾਲ ਨੇ ਸਿਰ ਦੇ ਵਾਲਾਂ ਤੋਂ ਆ ਕੇ ਪਕੜ ਲਿਆ। ਇੰਝ ਭਾਵੇਂ ਸਵਰਗ ਲੋਕ ਦੇ ਵਿੱਚ ਵੀ ਕਿਉਂ ਨਾ ਰਹਿਣ ਲੱਗ ਪਵੇ, ਉਹਨੂੰ ਜਿੱਤ ਕੇ ਸਵਰਗ ਲੋਕ ਨੂੰ ਜਾਂ ਸਵਰਗ ਲੋਕ ਵਰਗੇ ਸੁੱਖਾਂ ਦੇ ਅਸਥਾਨ ਨੂੰ ਸੋ ਉੱਥੇ ਰਹਿਣਾ ਪਸੰਦ ਕਰ ਲਵੇ। ਜਿਤ ਤੇ ਪ੍ਰਿਥਵੀ ਨਵ ਖੰਡਨ ਹੈ। ਆਪਣੇ ਸਰੀਰਕ ਬਲ ਨਾਲ 9 ਖੰਡਾਂ ਵਾਲੀ ਧਰਤੀ ਨੂੰ ਜਿੱਤ ਕੇ, ਭਾਵ 9 ਖੰਡਾਂ ਵਿੱਚ ਸਾਰੀਆਂ ਪਰ ਜਿੱਤ ਹਾਸਲ ਕਰਕੇ ਫਿਰ ਸਵਰਗ ਲੋਕ ਵਰਗੇ ਸੁੱਖਾਂ ਦੇ ਅਸਥਾਨ ਨੂੰ ਆਪਣੇ ਵਸਣ ਲਈ ਟਿਕਾਣਾ ਬਣਾ ਲਵੇ। ਬਿਸਰਾਂਤ ਹਰ ਗੋਪਾਲ ਹੈ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਜੇ ਐਸੇ ਮਹਾਬਲੀ ਸੰਸਾਰ ਨੂੰ ਜਿੱਤਣ ਵਾਲੇ ਜੀਵਾਂ ਨੂੰ ਪ੍ਰਿਥਵੀ ਦਾ ਪਾਲਕ ਹਰੀ ਪਰਮੇਸ਼ਰ ਭੁੱਲ ਗਿਆ ਹੈ। ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਸੋ ਤਾਂ ਦਿਓ ਜਿਹੜੇ ਪ੍ਰਾਣੀ ਜੀਵ ਨੇ ਸੰਸਾਰ ਰੂਪ ਜਾਂ ਜੂਨਾ ਰੂਪ ਉਜਾੜ ਦੇ ਵਿੱਚ ਭਰਮਦੇ ਫਿਰਦੇ ਰਹਿੰਦੇ ਹਨ। ਸਮਝ ਲਓ ਕਿ ਉਜਾੜ ਦੇ ਵਿੱਚ ਫਿਰ ਰਹੇ ਹਨ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਭੁਲਾਇਆ ਹੋਇਆ ਹੈ। ਜੇ ਜੁਗ ਚਾਰੇ ਅਰਜ ਹੋਰ ਦਸੂਣੀ ਹੋਇ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਇ। ਚੰਗਾ ਨਾਉ ਰਖਾਇ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਇਉਂ ਉਹ ਕੀੜਿਆਂ ਦੇ ਵਿੱਚੋਂ ਕੀੜਾ ਬਣਾ ਕੇ ਦੋਸ਼ੀਆਂ ਦੇ ਵਿੱਚੋਂ ਵੱਡਾ ਪਾਪੀ ਗਿਣਿਆ ਜਾਂਦਾ ਹੈ।
ਜਿਹੜਾ ਭਾਵੇਂ 4 ਯੁੱਗਾਂ ਦੀ ਉਮਰ ਲੰਬੀ ਵਧਾ ਲਵੇ, ਨਵਾਂ ਖੰਡਾਂ ਦੇ ਵਿੱਚ ਜਾਣਿਆ ਜਾਵੇ, ਸਾਰਿਆਂ ਦੇ ਕੋਲੋਂ ਪੂਜਾ ਕਰਾ ਲਈ, ਪਰ ਪਰਮੇਸ਼ਰ ਦਾ ਨਾਮ ਜਪੇ ਕੋਈ ਨਾ, ਉਹਨੂੰ ਗੁਨਾਹਗਾਰ ਗਿਣਿਆ ਜਾਂਦਾ ਕਿ ਇਹਨਾਂ ਕੁਛ ਪਾ ਕੇ ਵੀ। ਹੁਣ ਆਮ ਬੰਦਾ ਇੱਕ ਗਰੀਬ ਹੈ, ਉਹ ਤਾਂ ਚੱਲ ਬਹਾਨਾ ਮਾਰਦਾ ਹੈ ਕਿ ਮੈਂ ਜੇ ਕੰਮ ਨਾ ਕਰਾਂ, ਨਾਮ ਜਪਾਂ ਤਾਂ ਮੇਰਾ ਗੁਜ਼ਾਰਾ, ਮੇਰੇ ਪਰਿਵਾਰ ਨੂੰ ਕੌਣ ਪਾਲੇ। ਇਸ ਲਈ ਕੰਮ ਕਰਨ ਵਾਲਾ ਬੰਦਾ ਕੰਮ ਕਰੂਗਾ ਕਿ ਮਾਲਾ ਫੇਰੂਗਾ। ਚੱਲ ਉਹਦੇ ਕੋਲ ਤਾਂ ਬਹਾਨਾ ਹੈ, ਭਾਵੇਂ ਕਿ ਸਾਰਿਆਂ ਦੀ ਪਰਵਿਸ਼ ਵਾਹਿਗੁਰੂ ਹੀ ਕਰਦਾ, ਅਤੇ ਸਾਨੂੰ ਤਾਂ ਰੱਬ ਨੇ ਸਭ ਕੁਛ ਦਿੱਤਾ ਹੋਇਆ। ਦੱਸੋ, ਪੈਲੀ ਦਾ ਠੇਕਾ ਬਣਿਆ ਬਣਾਤਾ, ਸਾਲ ਬਾਅਦ ਘਰ ਆ ਰਿਹਾ, ਇੰਨੀ ਪੂੰਜੀ ਹੈ, ਗਾਂ ਪੋਤਰਿਆਂ ਤੱਕ ਵੀ ਸਾਰਾ ਗੁਜ਼ਾਰਾ ਜਗਾਟ ਲੱਗ ਗਿਆ ਹੈ। ਜਦ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ, ਭੁੱਖ ਨਹੀਂ, ਮਹਾਰਾਜ ਨੇ ਇੰਨਾ ਕੁਛ ਦੇ ਦਿੱਤਾ ਲੋੜ ਤੋਂ ਵੱਧ। ਜੇ ਫਿਰ ਵੀ ਆਪਾਂ ਵਾਹਿਗੁਰੂ ਦੇ ਪਰਉਪਕਾਰ ਯਾਦ ਨਾ ਕਰੀਏ, ਉਹਦਾ ਨਾਮ ਨਾ ਜਪੀਏ, ਤਾਂ ਫਿਰ ਸਾਥੋਂ ਵੱਧ ਕਿਰਤ ਘਣ ਕੌਣ ਹੋ ਸਕੇਗਾ। ਇਸ ਲਈ ਜੇ ਰਾਜੇ ਬਣ ਕੇ ਵੀ ਰਾਜ ਲੀਲਾ ਦੇ ਵਿੱਚ ਖਚਤ ਰਹੇ, ਮਹਾਰਾਜ ਦਾ ਅੰਮ੍ਰਿਤ ਨਹੀਂ ਛਕਿਆ, ਬਾਣੀ ਦਾ ਪਾਠ ਨਿਤਨੇਮ ਨਹੀਂ ਕੀਤਾ, ਕਦੀ ਸਿਮਰਨ ਨਹੀਂ ਕੀਤਾ, ਦੁਨੀਆ ਗੱਲਾਂ ਮਾਰਦੀ ਹੈ ਟਕੇ ਟਕੇ ਦੀਆਂ। ਮੈਨੂੰ ਤਾਂ ਇੰਨਾ ਗੁੱਸਾ ਆਉਂਦਾ ਉਹਨਾਂ ਲੋਕਾਂ ਦੇ ਵੀ, ਜਾ ਕੇ ਉਹਨਾਂ ਨੂੰ ਕਹੀਏ ਕਿ ਤੁਸੀਂ ਤਾਂ ਮਹਾਰਾਜੇ ਰਣਜੀਤ ਸਿੰਘ ਦੇ ਪੈਰ ਦੀ ਜੁੱਤੀ ਵਰਗੇ ਵੀ ਨਹੀਂ, ਉਹਦੀ ਕਿਸੇ ਰੀਸ ਕਰ ਲੈਣੀ ਹੈ ਭਲਾ। ਦੱਸੋ ਮੈਨੂੰ। ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਪਣੇ ਮਹਿਲਾਂ ਵਿੱਚ ਪ੍ਰਕਾਸ਼ ਕੀਤਾ ਹੋਇਆ ਸੀਗਾ, ਅਤੇ ਸਾਡੇ ਮਹਿਲਾਂ 'ਚ ਕੀ ਹੈ? ਬੀਅਰ ਬਾਰ, ਤਰ੍ਹਾਂ ਤਰ੍ਹਾਂ ਦੀਆਂ ਵਿਸਕੀਆਂ ਬੋਤਲਾਂ, ਮਾਫ਼ ਕਰਨਾ, ਸ਼ਰਾਬਾਂ ਕਬਾਬਾਂ, ਪਾਰਟੀਆਂ ਹੋ ਰਹੀਆਂ ਨੇ। ਉਹ ਰੱਬ ਦੇ ਨਾਮ ਦੀ ਗੱਲ ਹੀ ਨਹੀਂ ਹੈ। ਉਹ ਬੰਦਾ ਇੱਕ ਇਹੋ ਜਿਹਾ ਸੀਗਾ, ਪਤਾ ਨਹੀਂ ਉਹਦੇ ਵਿੱਚ ਕੀ ਸੀਗਾ, ਬਹੁਤਾ ਪੜ੍ਹਿਆ ਲਿਖਿਆ ਵੀ ਨਹੀਂ, ਜੇ ਕੋਈ ਕਹੇ ਵੀ ਬਹੁਤ ਇੰਟੈਲੀਜੈਂਟ, ਰੱਬ ਦੀ ਕਿਰਪਾ ਹੀ ਸੀਗੀ ਉਹਦੇ 'ਤੇ, ਗੁਰਮੁਖ ਸੀਗਾ। ਰਾਜੇ ਲੋਕ ਗੁਰਮੁਖ ਘੱਟ ਹੁੰਦੇ ਨੇ, ਪਰ ਉਹਨੇ ਸਹਿਜ ਪਾਠ ਡੇਲੀ ਸੁਣਨਾ ਹੈ। ਇੱਕ ਗ੍ਰੰਥੀ ਸਿੰਘ ਦੀ ਸੇਵਾ ਲਾਈ ਹੋਈ ਸੀ, ਡੇਲੀ ਮਹਿਲਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਉਹਨੇ ਮੱਥਾ ਟੇਕਣ ਜਾਣਾ, ਅਤੇ ਗ੍ਰੰਥੀ ਸਿੰਘ ਦੇ ਪਾਸੋਂ ਉਹਨੇ ਸ੍ਰੀ ਸਹਿਜ ਪਾਠ ਡੇਲੀ ਸੁਣਨਾ ਹੈ। ਫਿਰ ਉਹਨੇ 5 ਪਿਆਰੇ ਸਾਹਿਬਾਨ ਰੱਖੇ ਹੋਏ ਸਨ। 5 ਪਿਆਰੇ ਵੀ ਕੋਈ ਆਮ ਨਹੀਂ, ਉਹਦੀ ਭਾਵਨਾ ਸੀਗੀ ਗੁਰੂ ਮਹਾਰਾਜ ਦੇ ਉੱਪਰ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੇਦੀਆਂ ਦੀ ਕੁਲ ਵਿੱਚ 3 ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਗੋ ਸੁਖ ਦੇ, ਜੈ ਤੈ ਪਏ ਸਹਾਈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਕਾਸ਼ ਸਰੂਪ ਬੇਦੀਆਂ ਦੀ ਕੁਲ ਵਿੱਚ ਪ੍ਰਗਟ ਹੋਏ। ਉਹਨਾਂ ਬੇਦੀਆਂ ਦੇ ਸਾਹਿਬਜ਼ਾਦੇ, ਬਾਬਾ ਸਾਹਿਬ ਸਿੰਘ ਜੀ ਬੇਦੀ ਦਾ ਇੰਨਾ ਸਤਿਕਾਰ ਕਰਦਾ ਸੀ, ਉਹ ਜਾਨ ਵਾਰਨ ਤੱਕ ਜਾਂਦਾ ਸੀ। ਭੱਲਿਆਂ ਦਾ ਸਾਹਿਬਜ਼ਾਦਾ, ਸੋਢੀਆਂ ਦੇ ਸਾਹਿਬਜ਼ਾਦੇ, ਸਾਰੇ ਗੁਰੂਆਂ ਦੀ ਕੁਲ ਦੇ ਸਾਹਿਬਜ਼ਾਦੇ 5 ਪਿਆਰੇ ਰੱਖੇ ਹੋਏ ਸੀ। ਔਰ ਉਹਨਾਂ ਦੇ ਅਧੀਨ ਉਹਨਾਂ ਦੇ ਬਚਨ ਮੰਨਦਾ, ਉਹਨਾਂ ਦਾ ਹੁਕਮ ਮੰਨਦਾ, ਉਹਨਾਂ ਤੋਂ ਆਗਿਆ ਲੈਂਦਾ, ਸਾਰੀ ਸਲਾਹ ਮਸ਼ਵਰਾ ਉਹਨਾਂ ਨਾਲ ਕਰਿਆ ਕਰਦਾ। ਫਿਰ ਗੁਰੂ ਘਰਾਂ ਦੀਆਂ ਮਹਾਨ ਸੇਵਾਵਾਂ ਕਰਦਾ। ਗੁਰੂ ਘਰ ਦੀਆਂ ਇਮਾਰਤਾਂ, ਗੁਰੂ ਘਰ ਦੇ ਲੰਗਰਾਂ ਨੂੰ, ਬੜੀਆਂ ਬੜੀਆਂ ਜ਼ਮੀਨਾਂ ਉਹਨੇ ਮਹਾਰਾਜ ਦਾ ਦਿੱਤਾ ਜਾਣ ਕੇ ਗੁਰੂ ਘਰ ਦੇ ਨਾਮ ਲਵਾਈਆਂ। ਅਸੀਂ ਕਿਵੇਂ ਰੀਸ ਕਰ ਸਕਦੇ ਹਾਂ? ਦਰਬਾਰ ਸਾਹਿਬ ਦੇ ਲੰਗਰ ਨੂੰ ਸਾਡੀ ਸਰਕਾਰ ਨੇ ਟੈਕਸ ਲਾਇਆ ਹੋਇਆ ਹੈ। ਜਿੱਥੇ ਲੋਕ ਡੋਨੇਸ਼ਨ ਦਿੰਦੇ ਹਨ, ਦਸਵੰਧ ਕਿਰਤ ਕਮਾਈ, ਜਿੱਥੋਂ ਕਿ ਲੋਕਾਂ ਦੀ ਪਰਚੀ ਕੱਟਣ ਤੋਂ ਟੈਕਸ ਮਾਫ ਹੁੰਦਾ ਹੈ, ਗੁਰਦੁਆਰੇ ਨੂੰ ਭਲਾ ਟੈਕਸ ਲਾਉਣ ਦਾ ਕੀ ਮੱਦ ਹੋਇਆ? ਜੋ ਕੜਾਹ ਪ੍ਰਸ਼ਾਦ ਜਾਂ ਗੁਰੂ ਕਾ ਲੰਗਰ ਬਣਦਾ, ਦੇਸੀ ਘਿਓ ਦੇ ਪੀਪੇ ਆਉਂਦੇ ਨੇ, ਉਹ ਕੋਈ ਕਮਰਸ਼ੀਅਲ ਬੈਨੀਫਿਟ ਵਾਸਤੇ ਨਹੀਂ ਹੈ।
ਉਹ ਤਾਂ ਸੰਗਤਾਂ ਦੇ ਵਾਸਤੇ ਹੀ ਸਭ ਕੁਝ ਸੰਗਤਾਂ ਨੂੰ ਹੀ ਵਰਤਾ ਦਿੱਤਾ ਜਾਂਦਾ। ਮੰਨ ਲਓ ਜੇ ਕੋਈ ਪਰਚੀ ਕਟਾਉਂਦਾ ਹੈ ਤਾਂ ਉਹ ਸਭ ਕੁਝ ਹੀ ਸੰਗਤ ਨੂੰ ਵਰਤਾ ਦਿੱਤਾ ਜਾਂਦਾ। ਕਿੰਨੀਆਂ ਸੇਵਾਵਾਂ ਚੱਲ ਰਹੀਆਂ ਹਨ। ਅਤੇ ਇਸ ਵਾਸਤੇ ਕਹਿੰਦੇ ਵੀ ਮਾੜੀ ਇਸਤਰੀ ਵੀ ਗੁਆਂਢਣ ਦਾ ਘਰ ਛੱਡ ਦਿੰਦੀ ਹੈ। ਪਰ ਸਾਡੀਆਂ ਸਰਕਾਰਾਂ ਵੇਖੋ, ਗੁਰਦੁਆਰਿਆਂ ਦੇ ਲੰਗਰਾਂ 'ਤੇ ਦੇਸੀ ਘਿਓ ਅਤੇ ਸਰਸਤ ਪਾਣੀ ਸਭਨਾਂ 'ਤੇ ਟੈਕਸ ਠੋਕਿਆ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਦੀ ਕਿਸੇ ਰੀਸ ਨਹੀਂ ਕਰ ਲੈਣੀ। ਇਸ ਰਾਜ ਦੇ ਵਿੱਚ ਅਮੀਰ ਬੰਦਾ, ਉਹਦੇ ਕੋਲ ਤਾਂ ਕਈ ਚੋਰ ਮੋਰੀਆਂ ਨੇ, ਉਹ ਭੱਜ ਕੇ ਟੈਕਸ ਤੋਂ ਬਾਹਰ ਨਿਕਲ ਜਾਂਦਾ, ਖਰਚੇ ਸ਼ੋਅ ਕਰ ਦਿੰਦਾ, ਅਤੇ ਗਰੀਬ ਬੰਦੇ ਦੇ ਘਰ ਟੈਕਸ ਕੱਟ ਕੇ ਬੈਂਕ 'ਚੋਂ ਮਾਇਆ ਆਉਂਦੀ ਹੈ। ਨਪੀੜੀ ਜਾ ਰਿਹਾ ਹੈ। ਗਰੀਬ ਬੰਦਾ ਦਿਨ ਬ ਦਿਨ ਗਰੀਬ ਹੋ ਰਿਹਾ ਹੈ, ਅਮੀਰ ਦਿਨ ਬ ਦਿਨ ਅਮੀਰ ਹੋ ਰਿਹਾ। ਮਹਾਰਾਜਾ ਰਣਜੀਤ ਸਿੰਘ ਦੀ ਕਿਸੇ ਰੀਸ ਕਰ ਲੈਣੀ। ਇੱਕ ਬੁੱਢੀ ਮਾਈ ਆਪਣੇ ਘਰ ਦੇ ਵਿੱਚੋਂ ਕਾਲਾ ਤਵਾ ਲੈ ਕੇ ਮਹਾਰਾਜੇ ਦੇ ਪਾਸ ਪਹੁੰਚੀ ਅਤੇ ਮਹਾਰਾਜੇ ਦੇ ਘੋੜੇ 'ਤੇ ਚੜ੍ਹਿਆਂ ਦੇ ਚਰਨ ਨੂੰ ਉਹ ਘਸਾਈ ਜਾਏ, ਚੋਲੇ ਨੂੰ ਲਾਈ ਜਾਏ। ਕਾਲਖ ਲੱਗ ਗਈ। ਸੇਵਾਦਾਰ ਆਖਿਆ, ਬੀਬੀ ਇਹ ਮਾਤਾ ਤੂੰ ਮਹਾਰਾਜੇ ਦੇ ਬਸਤਰ ਗੰਦੇ ਕਰ ਰਹੀ ਹੈ, ਪਰੇ ਹੋ। ਕੀ ਤੇਰੇ ਮਨ ਦੀ ਗੱਲ ਹੈ, ਪਰੇ ਹੋ ਕੇ ਦੱਸ। ਕਹਿੰਦੀ ਪਰੇ ਹੋ ਜਾ ਵੀਰਾ। ਮਹਾਰਾਜਾ ਕਹਿਣ ਲੱਗਾ, ਦੱਸ ਮਾਤਾ ਕੀ ਤੇਰੀ ਭਾਵਨਾ ਹੈ। ਕਹਿੰਦੀ ਮਹਾਰਾਜਾ ਮੈਂ ਸੁਣਿਆ ਕਿ ਤੂੰ ਪਾਰਸ ਹੈ। ਪਾਰਸ ਇਜ਼ ਏ ਵੰਡਰਫੁਲ ਸਟੋਨ, ਹੈ ਪੱਥਰ ਹੀ, ਪਰ ਇੱਕ ਅਸਚਰਜ ਅਤੇ ਕੀਮਤੀ ਪੱਥਰ ਹੈ ਜਿਹੜਾ ਆਪਣੇ ਨਾਲ ਸੁਹਾ ਕੇ 8 ਧਾਤਾਂ ਨੂੰ ਸੋਹਣਾ ਬਣਾਉਣ ਦੀ ਸਮਰੱਥਾ ਰੱਖਦਾ ਹੈ। ਇਹ ਮੈਂ ਤਵਾ ਲੋਹੇ ਦਾ ਘਰੋਂ ਤਾਂ ਲੈ ਕੇ ਆਈ ਹਾਂ ਕਿ ਮੈਂ ਤੇਰੇ ਨਾਲ ਘਸਾ ਕੇ ਉਹਨੂੰ ਸੋਨੇ ਦਾ ਬਣਾ ਕੇ ਵੇਚ ਕੇ ਆਪਣੀ ਗਰੀਬੀ ਦੂਰ ਕਰਾਂਗੀ। ਮਹਾਰਾਜਾ ਮੁਸਕਰਾ ਕੇ ਕਹਿਣ ਲੱਗਾ, ਜੀ ਆਹ ਗੱਲ ਹੈ। ਅਤੇ ਲਿਆ ਮਾਤਾ ਤਵਾ ਦੇ। ਜਿੰਨੇ ਤੋਲ ਦਾ ਤਵਾ ਉਹਨਾਂ ਉਹਨੂੰ ਤੋਲ ਕੇ ਸੋਨਾ ਦੇ ਦਿੱਤਾ, ਹੋਰ ਵੀ ਬਥੇਰਾ ਕੁਛ ਦਿੱਤਾ। ਇੱਕ ਗਰੀਬ ਬਜ਼ੁਰਗ ਕਾਲ ਪੈਣ ਤੋਂ ਜਦ ਅਨਾਜ ਵੰਡਿਆ ਜਾ ਰਿਹਾ ਸੀ ਅਤੇ ਬੋਰੀ ਦੇ ਕੋਲ ਰੋ ਰਿਹਾ ਸੀ। ਭੇਸ ਵਟਾ ਕੇ ਮਹਾਰਾਜਾ ਪੁੱਛਣ ਲੱਗਾ ਵੀ ਇਹ ਬਾਪੂ ਰੋ ਕਿਉਂ ਰਿਹਾ ਹੈ। ਕਹਿੰਦਾ, ਹੇ ਸਿੱਖ ਸਰਦਾਰਾ, ਤੇਰੇ ਵਰਗਾ ਸੋਹਣਾ ਬੜਾ ਜਵਾਨ ਮੇਰਾ ਜਵਾਨੀ ਬਾਰੇ ਪੁੱਤ ਚੜ੍ਹਾਈ ਕਰ ਗਿਆ। ਮੈਂ ਤਾਂ ਰੋ ਰਿਹਾ ਉਹਨੂੰ ਯਾਦ ਕਰਕੇ। ਜੀ ਮੇਰਾ ਪੁੱਤ ਹੁੰਦਾ ਅਤੇ ਆਹ ਜਿਹੜੀ ਅਨਾਜ ਦੀ ਬੋਰੀ ਹੈ ਆਪਣੇ ਮੋਢਿਆਂ 'ਤੇ ਚੁੱਕ ਕੇ ਘਰ ਤਾਂ ਕਮ ਸੇ ਕਮ ਲੈ ਜਾਂਦਾ। ਹੁਣ ਮੈਂ ਖੁੰਡੀ ਫੜ ਕੇ ਆਪ ਤੁਰੂੰਗਾ ਕਿ ਅਨਾਜ ਚੁੱਕੂੰਗਾ। ਭੁੱਖਾ ਮਰ ਰਿਹਾ, ਚਾਹੀਦਾ ਅਨਾਜ ਵੀ ਹੈ, ਚੁੱਕਿਆ ਮੈਥੋਂ ਜਾਂਦਾ ਨਹੀਂ। ਕਹਿੰਦਾ ਬਾਪੂ ਮੈਂ ਵੀ ਤਾਂ ਤੇਰੇ ਪੁੱਤ ਵਰਗਾ ਹੀ ਹਾਂ, ਪਰੇ ਹੋ। ਮੜਾਸਾ ਜਿਹਾ ਕਰਕੇ ਅਤੇ ਬੁੱਕਲ ਜੀ ਮਾਰ ਕੇ ਬੋਰੀ ਸੁੱਟ ਕੇ ਜਦ ਘਰ ਲੱਗਾ ਤੁਰਨ, ਉਹਨੇ ਬਾਂਹ ਫੜ ਲਈ। ਕਹਿੰਦੇ ਆ ਬੁੱਕਲ ਜੀ ਪਰਾਂ ਤਾਂ ਕਰ, ਸਿਰ ਦੇ ਉੱਪਰ ਜਿਹੜਾ ਤੂੰ ਮੜਾਸਾ ਕੀਤਾ ਇਹਨੂੰ ਲਾ ਕੇ ਦਿਖਾ ਤਾਂ ਸਹੀ ਵੀ ਤੂੰ ਹੈ ਕੌਣ, ਕੋਈ ਆਮ ਇਨਸਾਨ ਨਹੀਂ ਜਾਪਦਾ। ਜਦ ਕੱਪੜਾ ਪਰੇ ਕਰਕੇ ਉਹਨੇ ਕਲਗੀ ਦਿਖਾਈ ਅਤੇ ਆਸ਼ਿਸ਼ ਕਰ ਉੱਠਿਆ। ਕਹਿੰਦਾ ਵੀ ਤੂੰ ਮੇਰੇ ਸਿਰ ਕਰਜ਼ਾ ਚਾੜ੍ਹ ਦਿੱਤਾ, ਮੈਂ ਤੇਰੀ ਬੇਅਦਬੀ ਕੀਤੀ। ਕਹਿੰਦੇ ਨਹੀਂ ਬੇਅਦਬੀ ਨਹੀਂ, ਰਾਜ ਨਹੀਂ ਸੇਵਾ, ਉਹਨੂੰ ਕਹਿੰਦੇ ਸੇਵਾ। ਜਨਤਾ ਦੀ ਸੇਵਾ ਲਈ ਰਾਜੀ ਮਹਾਰਾਜੇ ਬਣਦੇ ਹਨ। ਅਤੇ ਇਸ ਵਾਸਤੇ ਜੇ ਬੰਦੇ ਕੋਲ ਸਭ ਕੁਛ ਹੈ, ਜਿਹਦੇ ਕੋਲ ਨਹੀਂ ਹੈ ਉਹ ਤਾਂ ਮੇਰੇ ਵਰਗਾ ਬਹਾਨਾ ਮਾਰੇ ਵੀ ਸਾਡੇ ਕੋਲ ਕੁਛ ਨਹੀਂ ਹੈ ਜੀ, ਆਪਾਂ ਸੇਵਾ ਕਿਵੇਂ ਕਰ ਸਕਦੇ ਹਾਂ ਜਾਂ ਨਾਮ ਕਿਵੇਂ ਜਪ ਸਕਦੇ ਹਾਂ। ਜਿਹੜਾ ਸਭ ਕੁਛ ਪਾ ਕੇ ਵੀ ਬੇਮੁਖ ਹੋਏਗਾ ਉਹਨੂੰ ਤਾਂ ਫਿਰ ਬਹੁਤ ਹੀ ਵੱਡੀ ਸਜ਼ਾ ਮਿਲੇਗੀ। ਗਰੀਬ ਬੰਦੇ ਨੂੰ ਤਾਂ ਕਹੋਗੇ ਵੀ 2 ਮਿੰਟ ਪਾਸੇ ਖੜੋ, ਤੇਰੇ ਨਾਲ ਗੱਲ ਕਰਦੇ ਹਾਂ। ਉਹ ਰਾਜੇ ਦੀ ਤਲਬਦਾਰੀ ਪਹਿਲਾਂ ਕੀਤੀ ਜਾਊਗੀ। ਤਲਬਾ ਪੋਸਣ ਆਕੀਆਂ ਬਾਕੀ ਜਿੰਨਾ ਰਹੀ, ਅਜ਼ਰਾਈਲ ਫਰਿਸ਼ਤਾ ਹੋਸੀ ਆਏ ਤਈ। ਤਲਬਾ ਪੋਸਣ ਆਕੀਆਂ ਬਾਕੀ ਜਿੰਨਾ ਰਹੀ।
ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਇੱਕੋ ਹੀ ਕੰਮ ਹੈ ਸਾਨੂੰ, ਝੂਠ ਤੇ ਝੂਠ, ਝੂਠ ਤੇ ਝੂਠ। ਪਰ ਦਰਗਾਹ ਦੇ ਵਿੱਚ ਸੱਚ ਤੇ ਝੂਠ ਦਾ 1 ਮਿੰਟ 'ਚ ਨਿਤਾਰਾ ਕੀਤਾ ਜਾਊਗਾ। ਜਿਹੜੇ ਜ਼ੁਲਮ ਕਰਦੇ ਨੇ, ਝੂਠ ਫਰੇਬ ਕਰਦੇ ਨੇ, ਜਨਤਾ ਨੂੰ ਲੁੱਟੀ ਜਾ ਰਹੇ ਨੇ, ਬਾਹਰੋਂ ਕੁਛ ਹੋਰ ਅੰਦਰੋਂ ਕੁਛ ਹੋਰ। ਅਤੇ ਇਸ ਵਾਸਤੇ ਪਰਮਾਤਮਾ ਸਭਨਾਂ ਨੂੰ ਵੇਖਦਾ ਹੈ। ਸਤਿਗੁਰੂ ਰਹਿਮਤ ਕਰਨ, ਜੇ ਸਾਨੂੰ ਪਰਮਾਤਮਾ ਨੇ ਅਮੀਰ ਬਣਾਇਆ ਹੈ, ਰਾਜ ਭਾਗ ਦਾ ਮਾਲਕ ਬਣਾਇਆ ਹੈ, ਜ਼ਮੀਨਾਂ ਦੇ ਜ਼ਿਮੀਂਦਾਰ ਬਣਾਇਆ ਹੈ, ਤਾਂ ਸਾਡਾ ਫਰਜ਼ ਬਣਦਾ ਹੈ ਕਿ ਆਪਾਂ ਸਰਦਾ ਬਣਦਾ ਜੋ ਦਸਵੰਧ ਹੈ ਗੁਰੂ ਮਹਾਰਾਜ ਦੇ ਲੰਗਰਾਂ ਦੀ ਭੇਟਾ ਕਰੀਏ, ਗੁਰੂ ਕੀਆਂ ਇਮਾਰਤਾਂ ਵਿੱਚ ਹਿੱਸਾ ਪਾਈਏ, ਔਰ ਸਤਿਗੁਰੂ ਦੇ ਦਰਬਾਰ ਦੀ ਹੱਥੀਂ ਸੇਵਾ ਕਰਕੇ ਆਪਣਾ ਮਨੁੱਖਾ ਜਨਮ ਸਫਲ ਕਰੀਏ। ਕੁਛ ਮਾਲਾ ਫੜ ਕੇ ਮਹਾਰਾਜ ਦਾ ਭਜਨ ਕਰੀਏ, ਸ੍ਰੀ ਗੁਟਕੇ ਸਾਹਿਬ ਪ੍ਰਕਾਸ਼ ਕਰਕੇ ਬਾਣੀ ਦਾ ਪਾਠ ਕਰੀਏ, ਕੋਈ ਸਹਿਜ ਪਾਠ, ਕੋਈ ਅਖੰਡ ਪਾਠ ਸਾਹਿਬ ਸ਼ਰਧਾ ਭਾਵਨਾ ਸੰਯੁਕਤ ਹੋ ਕੇ ਸਰਵਣ ਕਰੀਏ। ਆਪਣੇ ਬੱਚਿਆਂ ਨੂੰ, ਗਰੀਬ ਲੋਕ ਤਾਂ ਵਿਚਾਰੇ ਪੜ੍ਹਾਉਂਦੇ ਵੀ ਨਹੀਂ, ਅਤੇ ਅੱਜ ਕੱਲ੍ਹ ਸਰਕਾਰਾਂ ਭਾਵੇਂ 8ਵੀਂ ਜਮਾਤ ਤੱਕ ਫ੍ਰੀ ਪੜ੍ਹਾਈ ਦੇ ਰਹੀਆਂ, ਅਤੇ ਪਰ ਫਿਰ ਵੀ ਨਹੀਂ ਉਹ ਨਿਆਣੇ ਸਕੂਲੇ ਜਾਂਦੇ। ਉਹਨਾਂ ਦਾ ਬਹਾਨਾ ਜੀ ਅਸੀਂ ਗਰੀਬ ਹਾਂ। ਅਤੇ ਸਾਧ ਸੰਗਤ ਜੀ, ਉਹ ਜਿਹੜੇ ਅਸੀਂ ਲੋਕ ਹਾਂ, ਆਪਣੇ ਬੱਚਿਆਂ ਨੂੰ ਜੇ ਗੁਰੂ ਜੀ ਦੇ ਲੜ ਨਾ ਲਾਈਏ, ਗੁਰਮਤਿ ਵਿਦਿਆ ਦੀ ਜਾਣਕਾਰੀ ਨਾ ਦਈਏ, ਬਾਣੀ ਦਾ ਪਾਠ ਨਾ ਸਿਖਾਈਏ, ਜਿਨ੍ਹਾਂ ਮਹਾਰਾਜ ਨੇ ਸਾਨੂੰ ਸਭ ਕੁਝ ਬਖਸ਼ਿਸ਼ ਕੀਤਾ ਹੈ, ਤਾਂ ਵੀ ਅਸੀਂ ਗੁਨਾਹਗਾਰ ਹਾਂ। ਅਤੇ ਇਸ ਲਈ ਪਾਤਸ਼ਾਹ ਜੀ ਕਥਨ ਕਰਦੇ, ਸਭ ਕੁਛ ਇਨਸਾਨ ਦੇ ਨਾਲ ਨਹੀਂ ਜਾਣਾ। ਬਸੰਤ ਸਵਰਗ ਲੋਕ ਹੈ, ਜਿੱਤ ਤੇ ਪ੍ਰਿਥਵੀ ਨਵ ਖੰਡਨ। ਭਾਵੇਂ 9 ਖੰਡਾਂ ਵਾਲੀ ਸਾਰੀ ਪ੍ਰਿਥਵੀ 'ਤੇ ਜਿੱਤ ਪ੍ਰਾਪਤ ਕਰ ਲਏ, ਸਵਰਗ ਲੋਕ ਦੀ ਤਰ੍ਹਾਂ ਇੱਥੇ ਹੀ ਸੋਹਣੇ ਬੜੇ ਮਹੱਲ ਬਣਾ ਕੇ ਰਹਿਣ ਲੱਗ ਪਏ। ਪਰ ਬਿਸਰੰਤ ਹਰ ਗੋਪਾਲ ਹੈ, ਜੇ ਹਰੀ ਗੋਪਾਲ ਨੂੰ ਭੁੱਲ ਗਏ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ। ਸਮਝ ਲਓ ਮਹਿਲਾਂ ਦੇ ਵਿੱਚ ਨਹੀਂ ਰਹਿ ਰਹੇ, ਉਹ ਤਾਂ ਜੰਗਲ ਉਜਾੜ ਵੀ ਆ ਬਾਣ ਵਿੱਚ ਭਟਕ ਰਹੇ ਨੇ। ਕਿਉਂਕਿ ਅੱਜ ਵੀ ਮਰੇ, ਭਲਕੇ ਵੀ ਮਰੇ, ਮਰਨ ਤੋਂ ਬਾਅਦ ਤਾਂ ਜੀਵ ਆਤਮਾ ਨੇ ਭਟਕਣਾ ਹੀ ਹੈ। ਅਰਬਾਂ ਖਰਬਾਂ ਰੂਹਾਂ ਭਟਕ ਰਹੀਆਂ ਨੇ, ਉਹਨਾਂ ਨੂੰ ਸਰੀਰ ਨਹੀਂ ਮਿਲ ਰਹੇ। ਇਉਂ ਔਜੜ ਦੇ ਵਿੱਚ ਪਏ ਹੋਏ ਹਮੇਸ਼ਾ ਹੀ ਭਟਕਦੇ ਨੇ, ਭਟਕਦੇ ਰਹਿਣਗੇ। ਰਾਜੇ ਭੀਮ ਚੰਦ ਦੇ ਪਰਥਾਏ ਕਲਗੀਧਰ ਮਹਾਰਾਜ ਨੇ ਉਚਾਰਿਆ। ਜਿਹੜੇ 22 ਧਾਰ ਦੇ ਰਾਜੇ ਸੀ, ਗੁਰੂ ਘਰ ਦੇ ਵੈਰ ਪਏ ਰਹੇ। ਰਾਜ ਦਾ ਹੰਕਾਰ ਕਰਕੇ ਮਹਾਰਾਜ ਨੂੰ ਅਨੰਦਪੁਰ ਸਾਹਿਬ ਤੋਂ ਕੱਢ ਦਿੱਤਾ, ਉੱਥੇ ਨਹੀਂ ਰਹਿਣ ਦਿੱਤਾ। ਸਵਈਆਂ ਦੇ ਵਿੱਚ ਰਾਜਿਆਂ ਬਾਬਤ ਸਾਹਿਬ ਲਿਖਦੇ ਨੇ, ਕਹਿੰਦੇ ਮਾਤੇ ਮਤੰਗ ਜਰੇ ਜਰ ਸੰਗ, ਅਨੂਪਿਓ ਤੰਗ ਸੁਰੰਗ ਸਵਾਰੇ, ਕੂੜ ਤੁਰੰਗ ਕੁਰੰਗ ਸੇ ਕੂਦਤ, ਪੌਣ ਕੇ ਕੌਣ ਕੋ ਜਾਤ ਨਿਵਾਰੇ, ਭਾਰੀ ਪੁਜਾਨਗੇ ਭੂਪ ਭਲੀ ਬਿਦ, ਨਿਆਵਤ ਸੀਸ ਨ ਜਾਤ ਵਿਚਾਰੇ, ਇਥੇ ਭਏ ਤੋ ਕਾਂ ਭਏ ਭੂਪਤ, ਅੰਤ ਕੋ ਨਾਂਗੇ ਹੀ ਪਾਈ ਪਧਾਰੇ। ਮਸਤ ਹਾਥੀ, ਹਰਨ ਦੀ ਚਾਲ ਦੀ ਤਰ੍ਹਾਂ ਦੌੜਨ ਵਾਲੇ ਘੋੜੇ, ਇੰਨਾ ਕੁਛ ਪਾ ਕੇ ਵੀ ਜੇ ਅੰਮ੍ਰਿਤ ਨਹੀਂ ਛਕਿਆ, ਪ੍ਰਭੂ ਦੇ ਸਨਮੁਖ ਨਹੀਂ ਹੋਏ, ਨਾਮ ਬਾਣੀ ਦਾ ਅਭਿਆਸ ਨਹੀਂ ਕੀਤਾ, ਕਿਸੇ ਗਰੀਬ ਗੁਰਬੇ ਦਾ ਭਲਾ ਨਹੀਂ ਕੀਤਾ, ਕਿਸੇ ਦੀ ਮਦਦ ਨਹੀਂ ਕੀਤੀ, ਤਾਂ ਫਿਰ ਸਮਝ ਲਓ ਵੀ ਮੜੀਆਂ ਦੇ ਵਿੱਚ ਹੀ ਜਾ ਕੇ ਰਹਿਣਾ ਪਊਗਾ, ਕੋਈ ਲਾਭ ਨਹੀਂ ਹੈ, ਜ਼ਿੰਦਗੀ ਬਰਬਾਦ ਹੋ ਗਈ। ਇਤੇ ਭਏ ਤੋਂ ਕਹਾਂ ਭਏ ਭੂਪਤ, ਏਡੇ ਵੱਡੇ ਰਾਜੇ ਹੋ ਕੇ ਵੀ ਕੀ ਵੱਡਾ ਹੋ ਗਿਆ। ਅੰਤ ਕੋ ਨਾਂਗੇ ਹੀ ਪਾਏ ਪਧਾਰੀ, ਅੰਤ ਨੂੰ ਤਾਂ ਨੰਗੇ ਪੈਰੀਂ ਮੜੀਆਂ ਵਿੱਚ ਜਾਣਾ ਪਵੇਗਾ, ਖਾਲੀ ਹੱਥੀਂ ਜਾਣਾ ਪਵੇਗਾ। ਅਤੇ ਇਸ ਲਈ ਰਾਜ ਭਾਗ ਦਾ ਕੀ ਲਾਭ ਹੈ। ਜਿਸ ਦਿਨ ਰਾਵਣ ਮਰਿਆ ਸੀ, ਉਹਦੀ ਘਰਵਾਲੀ ਵਿਚਾਰੀ ਰੋਂਦੀ ਰੋਂਦੀ ਰਾਮ ਦੇ ਕੋਲ ਆਈ, ਕਹਿੰਦੀ ਰਾਮ ਜੀ ਇੱਕ ਸੋਨੇ ਦੀ ਮੋਹਰ ਦੇ ਦੇ,
ਸਾਡੀ ਕੁਲ ਦੀ ਮਰਿਆਦਾ ਹੈ ਕਿ ਜਦ ਵੀ ਅੰਤਮ ਸੰਸਕਾਰ ਅੰਤਮ ਕਿਰਿਆ ਕਰੀਦੀ ਹੈ ਤੇ ਮਰੇ ਦੇ ਮੂੰਹ ਦੇ ਵਿੱਚ ਸੋਨੇ ਦੀ ਮੋਹਰ ਪਾ ਕੇ ਕਿਰਿਆ ਕਰੀਦੀ ਹੈ। ਰਾਮ ਜੀ ਕਹਿਣ ਲੱਗਾ, ਹੇ ਬੀਬੀ ਭੈਣਾ, ਮੇਰਾ ਤੇਰੇ ਨਾਲ ਕੋਈ ਵੈਰ ਨਹੀਂ ਹੈ, ਮੈਂ ਝੂਠ ਨਹੀਂ ਬੋਲਦਾ, ਮੇਰੇ ਕੋਲ ਕੱਖ ਨਹੀਂ ਹੈ। ਉਹ ਤਾਂ ਡਾਂਗ ਦੇ ਡੇਰੇ ਵਾਲੇ ਬੇਹੰਗਮ ਸਾਧੂ ਸੀਗੇ, ਜੰਗਲ 'ਚ ਵਿਚਰਨ ਵਾਲੇ ਤਿਆਗੀ ਵਿਰਾਗੀ ਸੀਗੇ। ਐਵੇਂ ਭਲਾ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਰਾਮ ਵਰਗਾ ਦੁਨੀਆ 'ਚ ਮੈਂ ਅੱਜ ਤੱਕ ਕੋਈ ਬੰਦਾ ਨਹੀਂ ਵੇਖਿਆ। ਵੇਖ ਲਓ, ਇੱਕ ਮਾਂ ਦੇ ਬਚਨ ਤੋਂ ਹੀ ਪਿਓ ਦਾ ਸਤਿਕਾਰ ਕਰਦਿਆਂ ਹੋਇਆਂ ਸਾਰਾ ਰਾਜ ਭਾਗ ਮਹਿਲਾਂ ਦੇ ਸੁੱਖਾਂ ਨੂੰ ਤਿਆਗ ਦਿੱਤਾ ਅਤੇ ਨੰਗੇ ਧੜ ਵੇਖੋ ਸਾਧੂਆਂ ਦੀ ਤਰ੍ਹਾਂ ਮਹਾਰਾਜਾ ਹੋਣ ਦੇ ਬਾਵਜੂਦ ਵੀ 14 ਸਾਲ ਬਣੋਵਾਸ ਕੱਟਿਆ। ਅਤੇ ਰਾਵਣ ਨੂੰ ਮਾਰਨ ਤੋਂ ਬਾਅਦ ਸਾਰੀ ਲੰਕਾ ਰਾਮ ਦੀ ਸੀਗੀ, ਕਬਜ਼ਾ ਕਰਕੇ ਉੱਥੇ ਰਾਜਾ ਬਣ ਸਕਦਾ ਸੀ, ਪਰ ਬਿਲਕੁਲ ਨਹੀਂ। ਮਹਾਂਪੁਰਖ ਤਿਆਗੀ ਹੁੰਦੇ ਨੇ, ਬਹੁਤ ਮਹਾਂਪੁਰਖ ਸੀ, ਉੱਚੀ ਅਵਸਥਾ ਵਾਲਾ, ਮੌਕੇ ਦਾ ਅਵਤਾਰ ਸੀ, ਭਗਵਾਨ ਸੀਗਾ, ਐਵੇਂ ਨਿੰਦਿਆ ਨਹੀਂ ਕਰਨੀ ਚਾਹੀਦੀ। ਅਤੇ ਸੀਤਾ ਤਾਂ ਉਹਦੇ ਨਾਲ ਵੀ ਚੜ੍ਹਦੀ ਕਲਾ ਵਾਲੀ ਸੀ। ਲਛਮਣ ਦੇ ਕੀ ਕਹਿਣੇ। ਇਹ ਲੋਕ ਮੈਨੂੰ ਬਹੁਤ ਚੰਗੇ ਲੱਗਦੇ ਨੇ, ਕਿਤੇ ਰਮਾਇਣ ਲੱਗੀ ਹੋਵੇ ਤਾਂ ਮੈਂ ਖੜੋ ਕੇ ਵੇਖਣ ਲੱਗ ਪੈਂਦਾ। ਤੋ ਇਸ ਵਾਸਤੇ ਉਹ ਰਾਮ ਜੀ ਨੇ ਇੱਕ ਵੀ ਧੇਲਾ, ਇੱਕ ਨਵਾਂ ਪੈਸਾ, ਕਾਣੀ ਕੌਡੀ ਨਹੀਂ ਉੱਥੋਂ ਗ੍ਰਹਿਣ ਕੀਤੀ। ਜੋ ਕੁਛ ਸੀ, ਜਿਹਦਾ ਹੱਕ ਬਣਦਾ ਸੀ, ਭੀਖਣ ਉਹਦਾ ਛੋਟਾ ਭਰਾ, ਉਹਦਾ ਹੱਕ ਬਣਦਾ ਸੀ, ਜਿਸ ਨੂੰ ਰਾਵਣ ਨੇ ਬੇਦਬੀ ਕਰਕੇ ਬਾਹਰ ਕੱਢਿਆ ਹੋਇਆ ਸੀ। ਤੋ ਇਉਂ ਰਾਮ ਜੀ ਨੇ ਜੋ ਲੰਕਾ ਸਮੇਤ ਸਾਰਾ ਕੁਛ ਭੀਖਣ ਦੀ ਝੋਲੀ ਪਾ ਦਿੱਤਾ। ਰਾਵਣ ਦੀ ਘਰਵਾਲੀ ਦਾ ਨਾਂ ਸੀ ਮੰਦੋਦਰੀ। ਰਾਮ ਜੀ ਕਹਿਣ ਲੱਗਾ, ਹੇ ਮੰਦੋਦਰੀ ਭੈਣਾ, ਤੂੰ ਭੀਖਣ ਦੇ ਕੋਲੋਂ ਲੈ ਲਾ, ਉਹਨੂੰ ਮੈਂ ਸਭ ਕੁਛ ਦੇ ਦਿੱਤਾ। ਕਹਿਣ ਲੱਗੀ, ਵੀਰਾ, ਹੇ ਭਗਵਾਨ, ਹੇ ਰਾਮ, ਮੈਂ ਮਰਨੀ ਮਰ ਜਾਊਂਗੀ, ਪਰ ਆਪਣੇ ਸ਼ਰੀਕ ਦੇ ਅੱਗੇ ਹੱਥ ਨਹੀਂ ਅੱਡੂੰਗੀ। ਅਤੇ ਇਸ ਵਾਸਤੇ ਇੰਨੀ ਵੇਖੋ ਬੁਰੀ ਹਾਲਤ ਹੋਈ ਰਾਵਣ ਦੀ। 1 ਲੱਖ ਪੂਤ 1.25 ਲੱਖ ਨਾਤੀ, ਤੇ ਇਹ ਰਾਵਣ ਕਰ ਦੀਆ ਨਾ ਬਾਤੀ। ਸ਼ਾਮਾਂ ਨੂੰ ਦੀਵਾ ਵੱਟੀ ਕਰਨ ਵਾਲਾ, ਦੀਵਾ ਜਗਾਉਣ ਵਾਲਾ, ਚਾਨਣ ਕਰਨ ਵਾਲਾ ਕੋਈ ਨਾ ਬਚਿਆ। ਜਾਂ ਦੀਆ ਬਾਤੀ, ਉਹ ਜਿਹੜੀ ਕਿਰਿਆ ਤੋਂ ਬਾਅਦ ਦੀਵਾ ਵੱਟੀ ਕਰਦੇ ਹਨ, ਦੀਵਾ ਜਗਾਉਣ ਵਾਲਾ ਮੜੀ 'ਤੇ ਨਹੀਂ ਕੋਈ ਬਚਿਆ ਸੀ। ਕ੍ਰਿਸ਼ਨ ਭਗਵਾਨ ਨੇ ਸਕੇ ਮਾਮੇ ਕੰਸ ਨੂੰ ਜਦ ਮਾਰਿਆ ਅਤੇ ਆਪਣੇ ਨਾਨੇ ਉਗਰਸੈਨ ਨੂੰ ਰਾਜ ਭਾਗ ਦੇ ਦਿੱਤਾ। ਕੰਸ ਕੇਸੀ ਜਨ ਪਕੜ ਕਢਾਇਆ। ਕ੍ਰਿਸ਼ਨ ਮਹਾਰਾਜ ਦੇ ਵੀ ਵਾਰੇ ਵਾਰੇ ਜਾਈਏ, ਉਹ ਵੀ ਬੜਾ ਅਸੂਲ ਦਾ ਪੱਕਾ ਸੀਗਾ, ਲਾਲਚ ਖਾਤਰ ਨਹੀਂ ਮਾਮੇ ਨੂੰ ਮਾਰਿਆ, ਸਿਰਫ ਜ਼ੁਲਮ ਦਾ ਨਾਸ਼ ਕੀਤਾ। ਜੋ ਕੁਝ ਸੀ ਉਹਦੇ ਵਿੱਚੋਂ ਇੱਕ ਕਾਣੀ ਕੌਡੀ ਵੀ ਗ੍ਰਹਿਣ ਨਹੀਂ ਕੀਤੀ, ਉਹਨੇ ਵੀ ਤਿਆਗ ਕੀਤਾ। ਆਪਣੇ ਨਾਨੇ ਨੂੰ, ਜਿਹਦੀ ਬੇਦਬੀ ਕਰਕੇ ਉਹਨੂੰ ਕੈਦ ਕੀਤਾ ਹੋਇਆ ਸੀ, ਕੰਸ ਨੇ ਜੇਲ੍ਹ ਵਿੱਚੋਂ ਬਾਹਰ ਕੱਢ ਕੇ ਆਪਣੇ ਮਾਂ ਪਿਓ ਨੂੰ ਵੀ ਆਜ਼ਾਦ ਕਰਾਇਆ, ਉਗਰਸੈਨ ਨੂੰ ਵੀ ਆਜ਼ਾਦ ਕਰਾ ਕੇ ਸਾਰਾ ਰਾਜ ਭਾਗ ਉਗਰਸੈਨ ਨੂੰ ਦੇ ਦਿੱਤਾ। ਇਸ ਵਾਸਤੇ ਮਹਾਰਾਜ ਕਥਨ ਕਰਦੇ ਹਨ, ਬਿਸਰੰਤ ਹਰ ਗੋਪਾਲ ਹੈ। ਇਹੋ ਜਿਹੇ ਵੱਡੇ ਵੱਡੇ ਰਾਜੇ ਮਹਾਰਾਜੇ ਬਣ ਕੇ ਵੀ ਜੇ ਹਰੀ ਗੋਪਾਲ ਪਰਮਾਤਮਾ ਦਾ ਭਜਨ ਨਹੀਂ ਕਰਦੇ, ਵਾਹਿਗੁਰੂ ਨੂੰ ਭੁਲਾਇਆ ਹੋਇਆ ਹੈ। ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਉਹ ਪ੍ਰਾਣੀ ਜੀਵ ਸੰਸਾਰ ਰੂਪੀ ਔਜੜ ਵਿੱਚ ਜਾਂ ਜੂਨਾ ਰੂਪੀ ਉਜਾੜ ਦੇ ਵਿੱਚ ਭਰਮਦੇ ਫਿਰਦੇ ਨੇ। ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰੈ। ਸੰਸਾਰ ਇੱਕ ਉਜਾੜ ਵੀ ਆ ਬਾਣ ਦੀ ਤਰ੍ਹਾਂ ਹੈ। ਇਹਦੇ ਵਿੱਚ ਜਿਹੜੇ ਸੰਬੰਧੀ ਨੇ ਕੁੱਤੇ ਹਨ, ਮਾਫ ਕਰਨਾ, ਗਿੱਦੜ ਨੇ। ਸੰਬੰਧੀ ਸਵਾਨ ਸਿਆਲ ਖਰੈ, ਖੋਤੇ ਨੇ 1 ਨੰਬਰ ਦੇ। ਕਿਹੜੇ?
ਜਿੰਨਾ ਸਮਝਾਇਆ ਵੀ ਸਮਝ ਨਾ ਆਏ ਤੇ ਮਿੱਟੀ ਰੂੜੀਆਂ ਦੇ ਲੇਟਣ ਮਹਾਰਾਜ ਦੇ ਅੰਮ੍ਰਿਤ ਨੂੰ ਤਿਆਗ ਕਰਕੇ ਸ਼ਰਾਬਾਂ ਕਬਾਬਾਂ 'ਚ ਗਲਤਾਨ ਹੋ ਕੇ ਰਹਿਣ ਤੇ ਦੂਸਰੇ ਨੂੰ ਵੀ ਖਿੱਚ ਕੇ ਲੈ ਜਾਣ ਵੀ ਆ ਰੂੜੀਆਂ 'ਤੇ ਚੱਲੀਏ। ਗੁਰਦੁਆਰਿਓਂ ਕੀ ਲੈਣਾ? ਗੰਦਗੀ ਦੇ ਵਿੱਚ, ਨਰਕਾਂ ਦੇ ਵਿੱਚ ਜਿਉਂਦੇ ਹੀ ਪੈਣ ਦਾ ਮਸਲਾ ਬਣਾ ਦੇਣ। ਤੋ ਖੋਤੇ ਵਾਂਗ ਹੀਂਗਦੇ ਰਹਿਣ, ਆਪਣਾ ਹੀ ਰਾਗ ਰੰਗ ਸ਼ੁਰੂ ਕਰੀ ਰੱਖਣ, ਮਹਾਰਾਜ ਦੀ ਬਾਣੀ ਨੂੰ ਨਾ ਸੁਣ। ਜਿਹੜੇ ਸਿਆਲ ਆਲਸੀ ਹਨ, ਨਾ ਤਾਂ ਆਪ ਉੱਠਣਾ, ਜਿਹੜੇ ਉੱਠਦੇ ਨੇ ਉਹਨਾਂ ਨੂੰ ਕਹਿਣਾ ਤੁਸੀਂ ਬਾਲਟੀਆਂ ਖੜਕਾ ਕੇ ਸਾਨੂੰ ਡਿਸਟਰਬ ਕਰਦੇ ਹੋ। ਉਹ ਰਾਤ ਦੇ 2 ਵਜੇ ਤੱਕ ਨਹੀਂ ਸੌਣਾ। ਅਤੇ ਅੰਮ੍ਰਿਤ ਵੇਲੇ ਉੱਠਣ ਵਾਲੇ ਤੇ ਤਰਕ ਕਰਨੀ, ਕਹਿਣਾ ਬਾਬੇ ਦਾ ਸਪੀਕਰ ਬੰਦ ਕਰ ਦਿਓ, ਇਹ ਸੌਣ ਨਹੀਂ ਦਿੰਦਾ, ਉੱਠਣ ਦੇ ਵੇਲੇ ਸੌਂ ਜਾਣਾ। ਇਹੋ ਜਿਹੇ ਜਿਹੜੇ ਗਿੱਦੜਾਂ ਦੀ ਤਰ੍ਹਾਂ ਹਨ, ਜਿਹੜੇ ਆਲਸੀ ਪੁਰਸ਼ ਹਨ, ਸਵਾਨ ਕੁੱਤਿਆਂ ਦੀ ਤਰ੍ਹਾਂ ਜਿਹੜੇ ਲਾਲਚੀ ਨੇ, ਹੱਥਾਂ ਦੇ ਹੱਥ ਮਾਰ ਕੇ ਲੁੱਟਦੇ ਫਿਰਦੇ ਹਨ। ਬਾਹੂ ਪਰਪੰਚ ਕਰ ਪਰ ਧਨ ਲਿਆਵੇ, ਸੁਤ ਧਾਰੈ ਪੈ ਆਨ ਲੁਟਾਵੇ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਸੋ ਇਹ ਜਿਹੜਾ ਸੰਸਾਰ ਹੈ ਇਹ ਇੱਕ ਉਜਾੜ ਹੈ। ਇਹਦੇ ਵਿੱਚ ਕੁੱਤੇ, ਗਿੱਦੜ ਅਤੇ ਖੋਤਿਆਂ ਦੀ ਤਰ੍ਹਾਂ ਬੇਮੁਖ ਸੰਬੰਧੀ ਨੇ, ਜੋ ਆਪ ਤਾਂ ਬੇਮੁਖ ਨੇ ਅਤੇ ਦੂਸਰਿਆਂ ਨੂੰ ਵੀ ਬੇਮੁਖ ਕਰਦੇ ਨੇ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰੂ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਇ। ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰੂ ਮੁਕਤ ਨਾ ਪਾਏ। ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਇਹੋ ਜਿਹੇ ਸੰਬੰਧੀਆਂ ਨੂੰ ਛੱਡ ਕੇ ਅਤੇ ਗੁਰੂ ਕੀ ਸੰਗਤ ਨਾਲ ਰਿਸ਼ਤਾ ਜੋੜਨਾ ਚਾਹੀਦਾ ਹੈ, ਕਿਉਂਕਿ ਇਹ ਸਹਾਇਤਾ ਕਰਨ ਵਾਲੇ ਨਹੀਂ ਹਨ। ਜਿਉਂਦਿਆਂ ਹੀ ਸਾਧਨ ਛੱਡ ਦਿੰਦੇ, ਮਰਿਆਂ ਤੋਂ ਬਾਅਦ ਤੱਕ ਨਿਭਾਉਣਾ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜਿਨ੍ਹਾਂ ਨੂੰ ਗੋਪਾਲ ਦਾ ਭਜਨ ਭੁੱਲਿਆ ਹੋਇਆ, ਉਹ ਪ੍ਰਾਣੀ ਸੰਸਾਰ ਰੂਪੀ ਉਜਾੜ ਦੇ ਵਿੱਚ ਕਾਵਾਂ, ਕੁੱਤਿਆਂ, ਸੱਪਾਂ, ਠੂਹਿਆਂ, ਗਿੱਦੜਾਂ, ਕੁੱਤਿਆਂ ਦੀ ਤਰ੍ਹਾਂ ਤੁਰੇ ਫਿਰਦੇ ਨੇ। ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲੇ ਸਾਹਿਬ ਵਾਲੇ ਇਹ ਧਾਰਨਾ ਆਮ ਪੜ੍ਹਿਆ ਕਰਦੇ। ਉਹਨਾਂ ਬੜਾ ਅੰਮ੍ਰਿਤ ਸੰਚਾਰ ਕੀਤਾ, ਬੜੀਆਂ ਸੰਗਤਾਂ ਨੂੰ ਅੰਮ੍ਰਿਤਪਾਨ ਕਰਾਇਆ। ਉਹ ਧਾਰਨਾ ਪੜ੍ਹਿਆ ਕਰਦੇ ਸਨ, ਕਾਵਾਂ, ਕੁੱਤਿਆਂ, ਗਧਿਆਂ ਦੀ ਜੂਨੇ ਪੈਣਗੇ, ਜਿਨ੍ਹਾਂ ਨੇ ਗੁਰੂ ਨਹੀਂ ਤਾਰਿਆ। ਕਾਵਾਂ, ਕੁੱਤਿਆਂ, ਗਧਿਆਂ ਦੀ ਜੂਨੇ ਪੈਣਗੇ, ਜਿਨ੍ਹਾਂ ਨੇ ਗੁਰੂ ਨਹੀਂ ਤਾਰਿਆ। ਕਾਵਾਂ, ਕੁੱਤਿਆਂ, ਗਧਿਆਂ ਦੀ ਜੂਨੇ ਪੈਣਗੇ, ਜਿਨ੍ਹਾਂ ਨੇ ਗੁਰੂ ਨਹੀਂ ਧਾਰਿਆ। ਗੁਰਬਾਣੀ ਦੀ ਪੰਕਤੀ ਦੇ ਆਧਾਰ ਤੋਂ ਉਹਨਾਂ ਧਾਰਨਾ ਬਣਾਈ ਹੈ। ਸੰਸਕ੍ਰਿਤੀ ਸ਼ਲੋਕਾਂ ਦੇ ਵਿੱਚ ਇੱਕ ਬਹੁਤ ਹੀ ਤਾੜਨਾ ਵਾਲਾ ਸੁੰਦਰ ਸ਼ਲੋਕ ਹੈ, ਸਾਨੂੰ ਸਮਝਾਉਣ ਖਾਤਰ। ਜਿਵੇਂ ਮਾਂ ਜਿਹੜਾ ਬੱਚਾ ਆਖੇ ਨਾ ਲੱਗੇ ਅਤੇ ਉਹਨੂੰ ਗਾਲਾਂ ਕੱਢਦੀ ਵੀ ਮਰ ਜਾ ਤੂੰ, ਤੇਰਾ ਬੇੜਾ ਵਹਿ ਜਾਏ, ਤੂੰ ਆ ਤੂੰ ਉਹ। ਪਰ ਮਾਂ ਚਾਹੁੰਦੀ ਨਹੀਂ ਵੀ ਮੇਰਾ ਬੱਚਾ, ਇਹਦਾ ਬੇੜਾ ਵਹਿ ਜਾਏ ਜਾਂ ਇਹਦਾ ਗਰਕ ਹੋ ਜਾਏ। ਕਦੀ ਮਾਂ ਨਹੀਂ ਚਾਹੂਗੀ, ਗਾਲਾਂ ਜਿੰਨੀਆਂ ਮਰਜ਼ੀ ਕੱਢੀ ਜਾਏ। ਵੇਖਣ ਵਾਲੇ ਨੂੰ ਜਾਪਦਾ ਵੀ ਇਹ ਮਾਂ ਦੱਸ ਇਹ ਦੁਸ਼ਮਣ ਬਣੀ ਹੋਈ ਹੈ, ਆਪਣੇ ਮੁੰਡੇ ਨੂੰ ਹੀ ਮਾਰ ਰਹੀ ਹੈ। ਜੋ ਉਹਦੇ ਹੱਥ 'ਚ ਆਉਂਦਾ, ਥਾਪੀ ਤੇ ਥਾਪੀ, ਵੇਲਣਾ ਤੇ ਵੇਲਣਾ, ਖੁੱਲਣੀ ਤੇ ਖੁੱਲਣੀ ਉਹਦੇ ਲੈ ਕੇ ਦੁਆਲੇ ਕਈ ਵਾਰ 2 ਲਾ ਵੀ ਦਿੰਦੀ ਹੈ। ਪਰ ਉਹਦਾ ਭਲਾ ਹੈ। ਇਹ ਉਹ ਮਹਾਰਾਜ ਜਿਸ ਤਰ੍ਹਾਂ ਮਰਜ਼ੀ ਬੋਲਦੇ ਨੇ, ਮੇਰੀ ਤਾਂ ਸ਼ਰਧਾ ਹੈ। ਇਹ ਥੋੜ੍ਹਾ ਵੀ ਅਸੀਂ ਕਾਂ ਬਣਾਂਗੇ ਜਾਂ ਕੁੱਤੇ ਬਣਾਂਗੇ, ਬਿਲਕੁਲ ਨਹੀਂ, ਆਪਾਂ ਤਾਂ ਨਹੀਂ ਬਣਾਂਗੇ। ਮਹਾਰਾਜ ਕਹਿੰਦੇ ਨੇ ਕਹੀ ਜਾਣ, ਗੁਰੂ ਨੂੰ ਥੋੜ੍ਹੀ ਕਿਉਂ ਆਪਾਂ ਰੋਕ ਸਕਦੇ ਹਾਂ। ਇਹ ਉਹ ਮਹਾਰਾਜ ਨੇ ਕਿਹਾ ਹੈ। ਇਹ ਗਾਲਾਂ ਵੀ ਘਿਓ ਦੀਆਂ ਨਾਲਾਂ, ਪਿਆਰ ਦੀ ਬੋਲੀ ਹੈ। ਗੁੱਸਾ ਨਹੀਂ ਕਰਨਾ ਚਾਹੀਦਾ। ਅੰਮ੍ਰਿਤ ਛਕ ਲਓ ਅਤੇ ਚੜ੍ਹਦੀ ਕਲਾ। ਅਤੇ ਜੇ ਨਹੀਂ ਵੀ ਛਕਿਆ ਅਤੇ ਕੋਈ ਨਹੀਂ, ਪਰ ਗੁਰੂ ਘਰ ਤਾਂ ਆਈਏ ਭਾਈ, ਨਿਤਨੇਮ ਤਾਂ ਕਰੀਏ।
ਇਹ ਥੋੜ੍ਹਾ ਵੀ ਅੰਮ੍ਰਿਤ ਨਹੀਂ ਛਕਿਆ ਤਾਂ ਆਪਾਂ ਗੁਰਦੁਆਰਾ ਹੀ ਛੱਡ ਦੇਣਾ, ਫਿਰ ਵੀ ਮਹਾਰਾਜ ਰਕਸ਼ਾ ਕਰਨਗੇ, ਨਹੀਂ ਇਹੋ ਜਿਹੀਆਂ ਭੈੜੀਆਂ ਜੂਨਾਂ 'ਚ ਪੈਣ ਦੇਣਗੇ। ਇਹ ਤਾਂ ਉਹੀ ਮਹਾਰਾਜ ਨੇ ਤਾੜਨਾ ਕੀਤੀ ਹੈ। ਕਹਿੰਦੇ ਗੁਰਮੰਤਰ ਹੀ ਨਸ ਜੋ ਪ੍ਰਾਣੀ, ਜਿਹੜਾ ਪ੍ਰਾਣੀ ਗੁਰਮੰਤਰ ਤੋਂ ਹੀਣਾ ਹੈ, ਤਰਗੰਤ ਜਨਮ ਭ੍ਰਸ਼ਟ ਨੇ, ਉਹਦੇ ਜਨਮ ਨੂੰ ਫਿੜੇ ਮੂੰਹ ਫਿੜੇ ਲਾਹਨਤ ਤ੍ਰਿਗਾਕਾਰ। 100 ਵਾਰ ਫਿੜੇ ਮੂੰਹ ਕਹੋ ਤੇ ਇੱਕ ਲਾਹਨਤ ਬਣਦੀ ਹੈ, 100 ਲਾਹਨਤਾਂ ਪਾਓ ਤੇ ਇੱਕ ਤ੍ਰਿਗ ਬਣਦੀ ਹੈ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਸਹਿਤ ਕੁਟੰਬ ਸਿਉ, ਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਉਹਦੇ ਖਾਣ ਨੂੰ ਵੀ, ਉਹਦੇ ਪੀਣ ਨੂੰ ਵੀ, ਉਹਦੇ ਪਹਿਨਣ ਨੂੰ ਵੀ ਤ੍ਰਿਗਾਕਾਰ ਹੈ। ਪਾਤਸ਼ਾਹ ਜੀ ਦਾ ਬਚਨ ਹੈ, ਨਾਮ ਬਿਨਾ ਜੋ ਪਹਿਰੈ ਖਾਏ, ਜੋ ਕੁਕਰ ਜੂਠਣ ਮੈਂ ਪਾਏ, ਨਾਮ ਬਿਨਾ ਜੇਤਾ ਵਿਵਹਾਰ, ਜੋ ਮਿਰਤਕ ਮਿਥਿਆ ਸੀਗਾਰ, ਨਾਮ ਵਿਸਾਰ ਕਰੇ ਰਸ ਭੋਗ, ਸੁਖ ਸੁਪਨੇ ਨਹੀਂ ਤਨ ਮੈਂ ਰੋਗ, ਨਾਮ ਸੰਗ ਮਨ ਪ੍ਰੀਤ ਨ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ, ਨਰਕਾਂ 'ਚ ਪਾਓ ਮਰੋ ਪਰਾਂ। ਤਾੜਨਾ ਦੇ ਕੇ ਉਪਦੇਸ਼ ਦਿੱਤਾ, ਜੇ ਤੁਸੀਂ ਜਪਜੀ ਸਾਹਿਬ ਦੇ ਪਾਠ ਤੋਂ ਬਗੈਰ ਖਾਈ ਜਾਂਦੇ ਹੋ, ਮਹਾਰਾਜ ਦੇ ਨਾਮ ਤੋਂ ਬਗੈਰ ਖਾਂਦੇ ਹੋ, ਇੱਕ ਵਾਰ ਵਾਹਿਗੁਰੂ ਵੀ ਨਹੀਂ ਕਹਿੰਦੇ, ਕੁੱਤਾ ਝੂਠ 'ਚ ਮੂੰਹ ਨਹੀਂ ਪਾਉਂਦਾ, ਇਸ ਤਰ੍ਹਾਂ ਹੈ। ਕੀੜੇ ਸਮਝ ਲਓ ਤੁਸੀਂ ਖਾ ਰਹੇ ਹੋ। ਬਿਨ ਜਪ ਜਾਪ ਜਪੇ ਬਿਨਾ ਜੋ ਜੀਵੇ ਪ੍ਰਸਾਦ, ਸੋ ਬਿਸ਼ਟਾ ਕਾ ਕਰਮ ਹੋਏ, ਜਨਮ ਗਵਾਵੇ ਬਾਦ। ਇੰਝ ਤਾੜਨਾ ਦੇ ਕੇ ਉਪਦੇਸ਼ ਦਿੱਤਾ। ਸੋ ਗੁਰੂ ਮਹਾਰਾਜ ਕਿਰਪਾ ਕਰੇ ਅਸੀਂ ਅੰਮ੍ਰਿਤਧਾਰੀ ਹੋਈਏ, ਪੰਜਾਂ ਬਾਣੀਆਂ ਦੇ ਨਿਤਨੇਮੀ, ਵਾਹਿਗੁਰੂ ਨਾਮ ਦੇ ਅਭਿਆਸੀ ਹੋਈਏ, ਤਾਂ ਕਿ ਗੁਰੂ ਸਾਹਿਬ ਦੀ ਖੁਸ਼ੀ ਸਾਨੂੰ ਪ੍ਰਾਪਤ ਹੋ ਸਕੇ। ਕੌਤਕ ਕੋਡ ਤਮਾਸਿਆ। ਮੈਂ ਪੰਗਤੀ ਪੜ੍ਹ ਰਿਹਾ ਸੀ। ਗੁਰਮੰਤਰ ਹੀਣਸ ਜੋ ਪ੍ਰਾਣੀ, ਤਰਗੰਤ ਜਨਮ ਭ੍ਰਸ਼ਟਨ, ਕੂਕਰੈ ਸੂਕਰੈ ਗਰਦਵੈ ਕਾਕੈ, ਸਰਪਣੈ ਤੁਲਖਲ। ਇਹ ਜਿਹੜੀਆਂ ਤ੍ਰਿਗਤ ਜੂਨਾਂ ਨੇ, ਕਾਂ ਕੁੱਤਿਆਂ ਸੱਪ ਠੂਹਿਆਂ ਦੀਆਂ, ਉਹ ਭੋਗਣੀਆਂ ਪੈਣਗੀਆਂ। ਜਿਹੜੇ ਜੀਵ ਸੰਸਾਰ ਦੇ ਕਰੋੜਾਂ ਹੀ ਤਮਾਸ਼ੀਆਂ ਖੇਡਾਂ ਭਾਵ ਮਨ ਨੂੰ ਲੁਭਾ ਕੇ ਰਜਾ ਲੈਣ ਵਾਲੇ ਕੌਤਕ ਚੋਜ ਹੀ ਵੇਖਦੇ ਰਹਿੰਦੇ ਨੇ ਹਰ ਵਕਤ। ਪਹਿਲਾਂ ਤਾਂ ਕਿਤੇ ਗਾਉਣ ਵਾਲੀ ਆਉਣੀ ਅਤੇ ਕਹਿਣਾ ਵੀ ਫਲਾਣੇ ਦਾ ਵਿਆਹ ਬਈ, ਚਲੋ ਗਾਉਣ ਵਾਲੀ ਵੇਖਣ ਚੱਲੀਏ, ਪੁੱਜ ਕੇ ਜਾਣਾ। ਅਤੇ ਕਿਤੇ ਨਾਚ ਗਾਣਾ ਹੋਣਾ ਤਾਂ ਪੁੱਜ ਕੇ ਜਾਣਾ ਇੱਕ ਅੱਧੀ ਜਗ੍ਹਾ 'ਤੇ। ਮੁੜ ਕੇ ਆ ਗਏ TV 3-3 ਹਜ਼ਾਰ 3500 ਦੇ, ਜਿਹਨੂੰ ਬਲੈਕ ਐਂਡ ਵਾਈਟ ਕਹਿੰਦੇ ਸੀਗੇ। ਉਹ ਤੋਂ ਬਾਅਦ ਰੰਗੀਨ, ਫਿਰ LCDਆਂ 'ਤੇ ਮਾਰ। ਅੱਜ ਕੱਲ੍ਹ ਤਾਂ ਜੇਬਾਂ 'ਚ ਮਾੜਾ ਜਿਹਾ ਕੱਢ ਕੇ ਸੋਚ ਨੱਪਦਿਆਂ ਸਾਰੀ, ਭਾਵੇਂ ਨਾਚ ਸੁਣੋ ਅਤੇ ਭਾਵੇਂ ਗਾਣਾ ਸੁਣੋ, ਕਿਤੇ ਜਾਣ ਦੀ ਲੋੜ ਨਹੀਂ। ਅਸੀਂ ਸਮਝਦੇ ਹਾਂ ਕਿ ਨਿਆਣੇ ਸਾਡੇ ਔਨਲਾਈਨ ਪੜ੍ਹਾਈ ਕਰ ਰਹੇ ਨੇ, ਕੰਪਿਊਟਰ ਅੱਗੇ ਬੈਠੇ, ਮੋਬਾਇਲ ਹੱਥ 'ਚ ਫੜਿਆ, ਪਰ ਨਿਆਣੇ ਐਡੇ ਚੁਸਤ ਨੇ। ਵੇਖਿਆ ਵੀ ਮਾਂ ਪਿਓ ਆ ਗਏ, ਮਾੜੀ ਜੁੰਗਲ ਮਾਰ ਕੇ ਉਹਨੂੰ ਘੁਮਾ ਦੇਣਗੇ। ਆਪਾਂ ਤਾਂ ਪੜ੍ਹ ਰਹੇ ਸੀਗੇ, ਵੇਖੀ ਜਾਣਾ ਉਲਟਾ ਸਿੱਧਾ। ਤਾਂ ਇਸ ਵਾਸਤੇ ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਕੌਤਕ ਵੇਖ ਲਓ, ਬੰਦੇ ਦੇ ਮਨ ਨੇ ਰੱਜਣਾ ਨਹੀਂ ਜੇ। ਪਾਤਸ਼ਾਹ ਜੀ ਦਾ ਵਚਨ ਹੈ ਗੁਰਬਾਣੀ ਦੇ ਵਿੱਚ, ਕਹਿੰਦੇ ਨੇ ਕਿ ਚੇਤਨ ਆਇਓ ਪਾਰ ਬ੍ਰਹਮ ਤਾਂ ਸਰਬ ਕੀ ਜੂਣ ਗਿਆ। ਜਿਹੜਾ ਚਿੱਤ ਹੈ ਸੋ ਜੇਕਰ ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਿਹਾ, ਰੰਗਾਂ ਰੰਗਾਂ ਦੇ ਤਮਾਸ਼ਿਆਂ ਦੇ ਵਿੱਚ, ਰੰਗ ਬਰੰਗੇ ਤਮਾਸ਼ਿਆਂ ਦੇ ਵਿੱਚ, ਨਾਚ ਗਾਣੇ ਵਿੱਚ ਚਿੱਤ ਨੂੰ ਲਾਈ ਰੱਖਿਆ,
ਦਿਨੇ ਵੀ ਅਤੇ ਰਾਤ ਵੀ। ਉਹ ਪਹਿਲਾਂ ਤਾਂ ਪੈਸੇ ਇਕੱਠੇ ਕਰਕੇ ਅਤੇ ਸੈਚਰਡੇ ਦੀ ਸ਼ਾਮ ਨੂੰ VCR ਲਿਆਉਂਦੇ ਅਤੇ ਉਹਦੇ 'ਚ ਪਾ ਪਾ ਕੈਸਟਾਂ ਸਾਰੀ ਰਾਤ ਵਹਿੰਦੇ ਰਹਿੰਦੇ, ਅਗਲੇ ਦਿਨ ਸੁੱਤੇ ਰਹਿਣਾ। ਕਿਤੇ ਹਫ਼ਤੇ ਬਾਅਦ ਹੋਇਆ ਸੀ। ਅਤੇ ਅੱਜ ਕੱਲ੍ਹ ਤਾਂ ਜੇਬਾਂ ਜੀਆਂ, ਜਦੋਂ ਮਰਜ਼ੀ ਦਿਨੇ ਵੇਖੋ ਰਾਤ ਵੇਖੋ, ਬੇੜਾ ਬੈਠਾ ਹੋਇਆ ਹੈ। ਜ਼ਿੰਦਗੀ ਬਰਬਾਦ, ਸਮਾਂ ਨਸ਼ਟ ਹੋ ਰਿਹਾ ਹੈ। ਮਹਾਰਾਜ ਕਹਿੰਦੇ ਜੋ ਮਰਜ਼ੀ ਕਰ ਲੈ, ਜਿੱਥੇ ਮਰਜ਼ੀ ਭਰ ਲੈ, ਮਨ ਨਹੀਂ ਰਚਣਾ। ਪਰ ਇਹ ਗੱਲ ਦਾ ਖਿਆਲ ਰੱਖੀ, ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਿਆ। ਕਹਿੰਦੇ ਮਹਾਰਾਜ ਨੇ ਵੀ ਵੇਖੋ ਲਿਖਿਆ ਕਿ ਹੱਸਣ ਖੇਡਣ ਨੱਚਣ ਕੁੱਦਣ ਮਨ ਕਾ ਚਾਓ। ਇਹ ਵੇਖੋ ਮਹਾਰਾਜ ਨੇ ਲਿਖਿਆ ਵੀ ਨੱਚਣਾ ਅਤੇ ਕੁੱਦਣਾ ਮਨ ਦਾ ਚਾਓ ਹੈ। ਪਰ ਸਾਧ ਸੰਗਤ ਜੀਓ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜੀ ਇਹ ਪੰਕਤੀ ਲਿਖੀ ਹੈ, ਮਨ ਦਾ ਚਾਓ ਹੀ ਲਿਖਿਆ ਨਾ, ਭਗਤੀ ਤਾਂ ਨਹੀਂ ਨਾ ਲਿਖੀ। ਭਗਤੀ ਤਾਂ ਸੰਗਤ ਹੈ, ਮਹਾਰਾਜ ਦਾ ਨਿਤਨੇਮ, ਮਹਾਰਾਜ ਦੀ ਮਾਲਾ ਹੈ। ਇਹ ਮਨ ਦਾ ਚਾਓ ਹੈ। ਮਨ ਦੇ ਚਾਓ ਦੇ ਪਿੱਛੇ ਹੀ ਲੱਗਣ ਵਾਲੇ ਸੋ ਉਹ ਨਰਕਾਂ ਦੇ ਅਧਿਕਾਰੀ ਬਣਦੇ ਨੇ। ਇਸ ਲਈ ਮਨ ਦਾ ਚਾਓ ਜਿਹੜਾ ਮਨ ਪਰਚਾਵਾ ਗੁਰੂ ਦੇ ਸ਼ਬਦ ਦਾ ਹੋਣਾ ਚਾਹੀਦਾ ਸਿੱਖ ਦਾ। ਮਹਾਰਾਜ ਕਹਿੰਦੇ ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਿਆ, ਚੇਤਨਾ ਆਇਓ ਪਾਰ ਬ੍ਰਹਮ ਤਾਂ ਸਰਬ ਕੀ ਜੂਣ ਗਿਆ। ਬਹੁਤ ਨਾੜ ਆਚਾਰਵੰਤ ਸੋਭਾ ਨਿਰਮਲ ਰੀਤ, ਅਤੇ ਲਸ਼ਕਰ ਤਰਕਸ ਬੰਦ ਬੰਦ ਜਿਉ ਜਿਉ ਸਗਲੀ ਕੀਤ। ਚੇਤਨ ਆਇਓ ਪਾਰ ਬ੍ਰਹਮ ਤਾਂ ਖੜ ਰਸਾ ਤਲ ਦੀਤ। ਜਿੰਨਾ ਮਰਜ਼ੀ ਅਮੀਰ ਜ਼ਿਆਦਾ ਬਣ ਜਾਏ, ਪਰ ਜੇ ਮਹਾਰਾਜ ਦਾ ਨਾਮ ਨਹੀਂ ਚੇਤਿਆ ਤਾਂ ਫੜ ਕੇ ਲਿਜਾ ਕੇ ਜਮਦੂਤਾਂ ਨੇ ਰਸਾਤਲ ਦੇ ਟੋਏ ਵਿੱਚ ਸੁੱਟ ਦੇਣਾ ਹੈ। ਪਾਤਸ਼ਾਹ ਫਰਮਾਉਂਦੇ ਹਨ, ਕੌਤਕ ਕੂੜ ਤਮਾਸਿਆ। ਤਮਾਸ਼ੇ ਖੇਡਾਂ ਦੇ ਵਿੱਚ ਮਨ ਨੂੰ ਜਿਹੜਾ ਲੁਭਾਈ ਮਨ ਕਰਦਾ, ਚੋਜ ਵੇਖਦਾ, ਚਿਤ ਨਾ ਆਵਸਨਾਉ। ਉਹਨਾਂ ਬੇਮੁਖ ਪੁਰਖਾਂ ਦੇ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਆਉਂਦਾ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜਾ ਪ੍ਰਚਾਰ ਹੈ ਧਰਮ ਦਾ ਪ੍ਰਚਾਰ, ਜੇ ਫਿਲਮਾਂ ਰਾਹੀਂ ਹੁੰਦਾ ਤਾਂ ਸੰਤ ਕਰਤਾਰ ਸੋਹਣੇ ਬੜਾ ਉੱਚੇ ਲੰਮੇ ਜਵਾਨ ਸੀਗੇ, ਬੜੀਆਂ ਫਿਲਮਾਂ ਬਣਾਉਣੀਆਂ ਸੀਗੀਆਂ। ਬਾਬੇ ਜਰਨੈਲ ਸਿੰਘ ਦੇ ਮਗਰ ਮੁੰਡੇ ਕਮਲੇ ਹੋਏ ਫਿਰਦੇ ਸੀ, ਉਹਨਾਂ ਬੜੀਆਂ ਫਿਲਮਾਂ ਬਣਾ ਘੱਤਣੀਆਂ ਸੀ। ਕਿੱਡੇ ਸੋਹਣੇ ਸੁਨੱਖੇ ਸੀਗੇ, ਘੋੜੇ 'ਤੇ ਚੜ੍ਹ ਕੇ ਦੜਾ ਕੇ ਫਿਲਮ ਬਣਾਉਂਦੇ। ਪਰ ਨਹੀਂ, ਗੁਰਦੁਆਰੇ ਦੀ ਮਰਿਆਦਾ ਫਿਲਮਾਂ ਬਣਾ ਕੇ ਪ੍ਰਚਾਰ ਕਰਨ ਦੀ ਨਹੀਂ ਹੈ। ਠੀਕ ਹੈ, ਟਾਈਮ ਐਡਵਾਂਸ ਹੈ, ਨਿਆਣੇ ਸਾਡੇ ਨਹੀਂ ਸੁਣਦੇ, ਨਹੀਂ ਪੜ੍ਹਦੇ, ਅਤੇ ਪਰ ਫਿਲਮ ਦੇ ਵਿੱਚ ਵਾਹਿਗੁਰੂ ਦਾ ਨਾਮ ਚੇਤੇ ਨਹੀਂ ਆਉਂਦਾ। ਉਹ ਤਾਂ ਆਨੇ ਬਹਾਨੇ ਨਾਚ ਗਾਣਾ ਦਿਖਾਉਂਦੇ ਨੇ। ਨਾਮ ਹੈ ਗੁਰੂਆਂ ਦਾ, ਸਾਹਿਬਜ਼ਾਦਿਆਂ ਦਾ, ਵਿੱਚ ਕੁਛ ਹੋਰ ਹੀ ਹੈ। ਜੇ ਨਹੀਂ ਵੀ ਕੁਛ ਹੋਰ ਤਾਂ ਅੱਜ ਕੱਲ੍ਹ ਐਨੀਮੇਸ਼ਨ ਥਿਊਰੀ ਚੱਲਦੀ ਹੈ ਕਿ ਜੀ ਐਨੀਮੇਸ਼ਨ ਫਿਲਮ ਹੈ, ਉਹ ਵੇਖ ਕੇ ਉਹੀ ਮਖੌਲ ਜਿਹਾ ਜਾਪਦਾ। ਸਾਹਿਬਜ਼ਾਦੇ ਕੋਈ ਕਾਰਟੂਨ ਨਹੀਂ ਸੀ। ਸਿੰਘਾਂ ਸਰਦਾਰਾਂ ਨੂੰ ਕਾਰਟੂਨ ਬਣਾ ਦੇਣਾ। ਕਾਰਟੂਨ ਤਾਂ ਮਖੌਲਬਾਜ਼ੀ ਹੁੰਦੀ ਹੈ। ਕਿਸ ਦਾ ਮਖੌਲ ਖਿੱਲੀ ਉਡਾਉਣੀ ਹੋਵੇ, ਅਖਬਾਰਾਂ ਵਾਲੇ ਉਹਦੇ ਕਾਰਟੂਨ ਬਣਾਉਂਦੇ ਨੇ। ਅਤੇ ਇਸ ਲਈ ਮੈਂ ਤਾਂ ਐਨੀਮੇਸ਼ਨ ਦੇ ਹੱਕ 'ਚ ਵੀ ਨਹੀਂ। ਅਤੇ ਜਿਹੜੇ ਪ੍ਰਤੱਖ ਬਣਾਉਂਦੇ ਨੇ ਅਤੇ ਉਹ ਤਾਂ ਬਣ ਹੀ ਨਹੀਂ ਸਕਦਾ ਕੁਛ। ਇਸ ਲਈ ਜਿਹੜਾ ਗੁਰੂ ਮਹਾਰਾਜ ਦਾ ਪ੍ਰਚਾਰ ਹੈ ਧਰਮ ਦਾ, ਉਹ ਵੇਖੋ ਮਹਾਰਾਜ ਦਾ ਕੀਰਤਨ ਹੈ ਜੋ ਸੱਚਖੰਡ ਹਰਿਮੰਦਰ ਸਾਹਿਬ ਹੋ ਰਿਹਾ। ਗੁਰੂ ਮਹਾਰਾਜ ਦੀ ਬਾਣੀ ਦੀ ਕਥਾ ਹੈ, ਗੁਰੂ ਦੇ ਇਤਿਹਾਸ ਦੀ ਕਥਾ ਹੈ, ਜੋ ਸੱਚੀ ਸੁੱਚੀ ਮਰਿਆਦਾ ਹੈ। ਫਿਲਮਾਂ ਬਣਾਉਣੀਆਂ, ਫਿਲਮਾਂ ਵੇਖਣੀਆਂ ਅਤੇ ਫਿਲਮਾਂ ਦੇ ਆਸਰੇ ਸੋਚਣਾ ਵੀ ਨਿਆਣੇ ਅੰਮ੍ਰਿਤ ਛਕ ਲੈਣਗੇ, ਧਰਮ ਪ੍ਰਚਾਰ ਹੈ, ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਮਹਾਰਾਜ ਕਹਿੰਦੇ ਨਾਮ ਚੇਤੇ ਨਹੀਂ ਆਉਂਦਾ, ਉਹ ਤਾਂ ਮਨ ਦਾ ਪਰਚਾਵਾ। ਦੋ ਤਮਾਸ਼ੇ ਹਨ ਇਸੇ ਪ੍ਰਕਾਰ। ਕੌਤਕ ਕੂੜ ਤਮਾਸਿਆ। ਕੌਤਕ ਆਸ਼ਚਰਜ ਰੂਪ ਕਰੋੜਾਂ ਤਮਾਸ਼ੀਆਂ ਜਾਂ ਕਰੋੜਾਂ ਤਮਾਸ਼ਿਆਂ ਦੇ ਕੌਤਕ ਵਿੱਚ ਚਿਤ ਨਾ ਆਵਸਨਾਉ। ਬੇਮੁਖ ਪੁਰਸ਼ਾਂ ਨੂੰ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਆਉਂਦਾ, ਯਾਦ ਨਹੀਂ ਆਉਂਦਾ ਹੈ। ਨਾਨਕ ਕੋੜੀ ਨਰਕ ਬਰਾਬਰੇ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਉਹ ਪੁਰਖ 20 ਨਰਕਾਂ ਦੇ ਜਾਂ ਕਰੋੜਾਂ ਹੀ ਨਰਕਾਂ ਦੇ
ਬਰਾਬਰ ਹੈ। ਜਿਹੜਾ ਰੰਗ ਤਮਾਸ਼ੇ ਤਾਂ ਵੇਂਦਾ ਰਹਿੰਦਾ ਅਤੇ ਪ੍ਰਭੂ ਦਾ ਨਾਮ ਚੇਤੇ ਨਹੀਂ ਕਰਦਾ, ਉਹ ਮੈਨੂੰ ਅਜੇ ਤੱਕ ਯਾਦ ਹੈ। ਇਸ ਗੱਲ ਨੂੰ ਭਾਵੇਂ 20-25 ਸਾਲ ਹੋ ਗਏ ਪਰ ਚੇਤਾ ਨਹੀਂ ਭੁੱਲਦਾ, ਕਿਉਂਕਿ ਮਹਾਂਪੁਰਖਾਂ ਨੇ ਖਿਲਾਰ ਕੇ 25-25 ਪਾਠ ਸ੍ਰੀ ਜਪਜੀ ਸਾਹਿਬ ਦੀ ਤਨਖਾਹ ਲਾਈ ਸੀਗੀ। ਆਖਿਆ ਬਾਬਾ ਜੀ ਗਲਤੀ ਹੋ ਗਈ। ਕਹਿੰਦੇ ਕੀ ਹੋਇਆ? ਪੰਜਾਂ ਪਿਆਰਿਆਂ 'ਚ ਸੇਵਾ ਹੈ ਅਤੇ ਭੁਲੇਖੇ ਨਾਲ ਸਾਹਿਬਜ਼ਾਦਿਆਂ ਦੇ ਨਾਮ ਦੇ ਅਸੀਂ ਨਾਟਕ ਵੇਖਣ ਚਲੇ ਗਏ। ਹੁਣ ਬੰਦਾ ਕਿਹੜੇ ਖੂਹ 'ਚ ਡਿੱਗੂਗਾ? ਗਏ ਫਤਿਹਗੜ੍ਹ ਸਾਹਿਬ ਦਰਸ਼ਨ ਕਰਨ ਵਾਸਤੇ, ਅਤੇ ਨਾਮ ਹੈ ਛੋਟੇ ਸਾਹਿਬਜ਼ਾਦਿਆਂ ਦਾ। ਅਖੇ ਜੀ ਲਾਈਟ ਐਂਡ ਸਾਊਂਡ ਸ਼ੋਅ ਹੋਣਾ ਹੈ। ਪਹਿਲਾਂ ਤਾਂ ਪੁਲਿਸ ਦੇ ਡੰਡੇ ਡੁੰਡੇ ਖਾ ਕੇ ਤੁਸ ਦਿੱਤੀ, ਬੜੀ ਮੁਸ਼ਕਿਲ ਕਾਮਯਾਬੀ ਮਿਲੀ। ਗਾਂਹ ਗਏ, ਬੜੀ ਉੱਥੇ ਮਾਰ ਪਈ, ਭੀੜ ਭੜੱਕਾ ਬੜਾ ਸੀਗਾ। ਗਾਂਹ ਵੇਖਿਆ ਕਿ ਉਹ ਜਿਹੜਾ ਰਾਜਾ ਹੈ ਉਹਨੂੰ ਉਹਨਾਂ ਡਰਿੰਕ ਕਰਦਾ ਦਿਖਾਇਆ, ਕਿਉਂਕਿ ਦਿਖਾਉਣਾ ਤਾਂ ਪਊਗਾ ਹੀ। ਕਿਉਂ ਆਨੇ ਬਹਾਨੇ ਰੁਚੀ ਬਣਾਉਣ ਲਈ ਕੁਛ ਨਾ ਕੁਛ ਇਹੋ ਜਿਹਾ ਵਿੱਚ ਪਾ ਦਿੰਦੇ ਨੇ ਜੋ ਬੇੜਾ ਗਰਕ ਕਰਨ ਦਾ ਮਸਲਾ ਹੁੰਦਾ। ਉਹ ਨਾਲੇ ਤਾਂ ਡਰਿੰਕ ਕਰੀ ਜਾ ਲਿਆ ਅਤੇ ਨਾਲੇ ਉਹ ਸਮੋਕਿੰਗ ਕਰੀ ਜਾ ਲਿਆ, ਅਤੇ 4-5 ਬੀਬੀਆਂ ਭੈਣਾਂ ਉਹਦੇ ਅੱਗੇ ਅੱਧੇ ਕੱਪੜਿਆਂ ਦੇ ਵਿੱਚ ਉਹ ਨਾਚ ਗਾਣਾ ਕਰ ਰਹੀਆਂ। ਦੱਸੋ ਸਾਹਿਬਜ਼ਾਦੇ ਕਿੱਧਰੋਂ ਹੋ ਗਏ? ਨਾ ਸਾਹਿਬਜ਼ਾਦਿਆਂ ਦਾ। ਮਹਾਂਪੁਰਖ ਕਹਿੰਦੇ ਭਾਈ ਤੁਸੀਂ ਪੰਜਾਂ ਪਿਆਰਿਆਂ ਦੀ ਸੇਵਾ ਕਰਦੇ ਹੋਏ ਇਸ ਤਰ੍ਹਾਂ ਕੁਝ ਵੇਖ ਕੇ ਆਏ ਹੋ, ਗਲਤ ਗੱਲ ਹੈ ਤੁਹਾਡੇ ਲਈ। ਗੁਰਦੁਆਰਾ ਛੱਡ ਕੇ ਅਤੇ ਗਰਾਊਂਡ 'ਚ ਕਿਉਂ ਗਏ? ਨਾਲੇ ਡੰਡੇ ਖਾਧੇ, ਭੀੜ ਭੜੱਕੇ, ਧੱਕੇ ਖਾਧੇ। ਅਤੇ ਵੇਖਿਆ ਕਿ ਜੋ ਮਰਯਾਦਾ ਤੋਂ ਉਲਟ ਹੈ। 25-25 ਪਾਠ ਜਪਜੀ ਸਾਹਿਬ ਦੇ ਕਰਿਓ ਅਤੇ ਗੁਰੂ ਗੋਬਿੰਦ ਸਿੰਘ ਕੋਲੋਂ ਮਾਫੀ ਮੰਗਿਓ ਕਿ ਮਹਾਰਾਜ ਤੇਰੀ ਮਰਯਾਦਾ ਤੋਂ ਉਲਟ ਚੱਲੇ ਹਾਂ, ਕਿਉਂਕਿ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਉਹ ਤਾਂ ਬੰਦਾ ਇੱਕ ਵਾਰ ਗਿਆ, ਹੁਣ ਮੈਂ ਸੋਚਦਾ ਵੀ ਹੁਣ ਤਾਂ ਜੇਬਾਂ 'ਚ ਹੀ ਆ, ਜਿੱਦਣ ਮਰਜ਼ੀ ਉਂਗਲ ਘੁਮਾ ਕੇ ਜੋ ਮਰਜ਼ੀ ਵੇਖੀ ਜਾਓ। ਹੈ ਕੋਈ ਕਿਸੇ ਨੂੰ? ਬਿਲਕੁਲ ਨਹੀਂ ਹਿਰਖ। ਉਹ ਤਾਂ ਆਮ ਜੀਆਂ ਗੱਲਾਂ ਨੇ। ਅਤੇ ਇਸ ਵਾਸਤੇ ਸੱਚੇ ਪਾਤਸ਼ਾਹ ਸਾਡੇ 'ਤੇ ਰਹਿਮਤ ਕਰਨ। ਇਹ ਮਰਯਾਦਾ ਨਹੀਂ ਹੈ ਫਿਲਮਾਂ ਬਣਾਉਣ ਦੀ ਅਤੇ ਫਿਲਮਾਂ ਵੇਖਣ ਦੀ। ਕਥਾ ਅਤੇ ਕੀਰਤਨ ਦੀ ਮਰਯਾਦਾ ਹੈ, ਸੰਗਤ ਦੀ ਮਰਯਾਦਾ ਹੈ। ਬਾਣੀ ਦੇ ਵਿੱਚ ਕਿਤੇ ਨਹੀਂ ਲਿਖਿਆ ਹੈ। ਇਹੀ ਲਿਖਿਆ ਐਸਾ ਕੀਰਤਨ ਕਰ ਮਨ ਮੇਰੇ, ਇਆਂ ਉਹਾਂ ਜੋ ਕਾਮ ਤੇਰਾ। ਆਵੋ ਸੰਤ ਪਿਆਰਿਓ ਕਥ ਕੀ ਕਰੈ ਕਹਾਣੀ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਕਦੇ ਫਿਲਮਾਂ ਦਾ ਨਾਂ ਲਿਖਿਆ ਜਾਂ ਰੰਗ ਤਮਾਸ਼ਿਆਂ ਜਾਂ ਕੁਛ ਇਸ ਤਰ੍ਹਾਂ? ਬਿਲਕੁਲ ਨਹੀਂ। ਅਤੇ ਇਸ ਵਾਸਤੇ ਇਤਿਹਾਸ ਦੀ ਵੀ ਕਥਾ ਹੀ ਹੈ ਅਤੇ ਗੁਰਬਾਣੀ ਦੇ ਅਰਥਾਂ ਦੀ ਵੀ ਕਥਾ ਹੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਨਾਨਕ ਕੂੜੀ ਨਰਕ ਬਰਾਬਰੇ। ਪੁਰਖ 18 ਨਰਕਾਂ ਦੇ ਬਰਾਬਰ ਕੋੜੀ ਹੋ ਕੇ ਦੁੱਖ ਪਾਉਂਦੇ ਹਨ, ਜਿਹੜੇ ਮਹਾਰਾਜ ਦੀ ਮਰਯਾਦਾ ਤੋਂ ਉਲਟ ਫਿਲਮਾਂ ਬਣਾਉਂਦੇ ਨੇ ਅਤੇ ਫਿਲਮਾਂ ਵੇਖਦੇ ਹਨ। ਉਜੜ ਸੋਈ ਥਾਓ। ਉਹ ਬੇਮੁਖ ਪੁਰਖ ਭਾਵੇਂ ਬਗੀਚਿਆਂ 'ਚ ਰਹਿੰਦੇ ਹੋਣ, ਪਰ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਜਪੀਦਾ ਉਹ ਥਾਂ ਉਜਾੜ ਦੇ ਬਰਾਬਰ ਕਥਨ ਕੀਤਾ ਜਾਂਦਾ ਹੈ। ਇੱਕ ਮੈਂ ਅਮਰ ਖਾਲਸਾ ਫਿਲਮ ਵੇਖੀ ਸੀ, ਅਮਰ ਖਾਲਸਾ। ਬੁਰਾ ਨਾ ਮਨਾਇਓ, ਕਿਤੇ ਗਏ ਨਹੀਂ, ਗੁਰਦੁਆਰੇ ਹੀ ਰਹਿਣ ਦੀ। ਹੁਣ ਬੰਦਾ ਜਾਊਗਾ ਕਿੱਥੇ? ਕਿਹੜੇ ਖੂਹ 'ਚ ਡੁੱਬੂਗਾ? ਜਿੱਥੇ ਮਹਾਰਾਜ ਦਾ ਪ੍ਰਕਾਸ਼ ਅਖੇ ਜੀ ਉੱਥੇ ਹੀ ਲਾਉਣੀ ਹੈ। ਮਿਸੀਸਾਗਾ ਕੈਨੇਡਾ ਦੀ ਗੱਲ। ਸਰਦਾਰ ਦਲਬੀਰ ਸਿੰਘ ਜੀ, ਉਹਨਾਂ ਦੀ ਡਰਾਈ ਕਲੀਨ ਦੀ ਦੁਕਾਨ ਹੈ 2 ਫੇਸ। ਸਰਦਾਰ ਹਰਦੀਪ ਸਿੰਘ ਦੇ ਛੋਟੇ ਭਾਈ ਸਾਹਿਬ, ਮੈਂ ਹੱਥ ਬੰਨ੍ਹ ਕੇ ਬੇਨਤੀ ਕੀਤੀ। ਮੈਂ ਕਿਹਾ ਗੁਰਮੁਖੋ ਇੱਕ ਬੇਨਤੀ ਪ੍ਰਵਾਨ ਕਰੋ ਵੀ ਆਹ ਕੰਮ ਚੰਗਾ ਨਹੀਂ ਹੈ। ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਣਾ ਹੈ, ਕਿਉਂਕਿ ਮੇਰੀ ਹੱਡ ਗ੍ਰੰਥੀ ਦੀ ਸੇਵਾ ਸੀਗੀ ਅਤੇ ਪ੍ਰਬੰਧਕਾਂ ਤੋਂ ਇਜਾਜ਼ਤ ਲੈ ਕੇ ਅਮਰ ਖਾਲਸਾ ਉਹ ਕਿਸੇ ਰਾਜੇ ਦਾ ਸੀਨ ਦਿਖਾਇਆ। ਮੈਂ ਕਿਹਾ ਕੰਮ ਸੀ ਕੰਮ ਇਹਨੂੰ ਕੱਟ ਦਿਓ, ਕਿਉਂਕਿ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਣਾ ਹੈ, ਗੁਰੂ ਸਾਹਿਬ ਦੇ ਦਰਸ਼ਨ ਹੋਣੇ ਨੇ। ਹੁਣੇ ਤਾਂ ਸੁੱਖ ਆਸਣ ਹੋਇਆ, ਸਾਡਾ ਧਿਆਨ ਤਾਂ ਅਜੇ ਵੀ ਮਹਾਰਾਜ 'ਚ ਹੈ ਅਤੇ ਸਵੇਰੇ ਫਿਰ ਮਹਾਰਾਜ ਨੇ ਆਉਣਾ। ਅਤੇ ਉਸ ਸਥਾਨ ਦੇ ਅੱਗੇ ਸਕਰੀਨ ਲਾ ਕੇ
तो वेखो कि स्मोकिंग धुआं सुट रहा है, ये सीन विचों कट दिओ। चादर विछाई हुई डॉलर ते डॉलर मर, वो पाठियां नूं भावें कोई रुपया भी ना देवे तो उन्हां लोकां दे मगर माफ़ करना, बुरा ना मनायो। सतगुरु महाराज कथन करते हैं कि वो उजाड़ है। पौड़ी पंजवें पातशाह श्री गुरु अर्जन देव जी महाराज फरमाउंदे ने, महाभयान उदयान बड़े भैदायक संसार रूप उजाड़ नूं अज्ञानी जीवां ने नगर कर मानिया। सुंदर नगर बस्ती शहर करके मन्निया होया है। श्लोक ते महल्ले इहदा अर्थ समझ लो। गुरु अर्जन साहब जी जिहड़ी कथा आपां कीती है उही सतगुरु अर्जन देव जी बड़े सुंदर तरीके नाल बड़े संखेप रूप दे विच पौड़ी च व्याख्या कर रहे हैं कि है तो संसार उजाड़ पैदायक, पर लोगों ने इनू एक सुंदर नगरी मन्निया होया है कुछ भी नहीं है। जिवें नदी के किनारे खड़ा होया बंदा वो वेखदा है कि नदी भर के वग रही है, पर बिल्कुल गलत है। खड़े बंदे की सोच गलत है। नदी भर के नहीं वग रही, नदी तो खाली है, पिछों पानी आ रहा, अगे नूं तुरिया जा रहा। जे पिछों पानी आना बंद हो जाए तो खड़िया पानी अगे नूं तुर जाए, नदी तो खाली हुई पई है। क्यों जिहड़ी संसार दी ये उजाड़ है, ये मेला तो वेखण नूं ही जापदा। पिछों बच्चियां दे जन्म हो रहे हैं, अगे नूं बजुर्ग तुरे जा रहे हैं, है तो उजाड़। जेदा कोई मर गया उन्होंने पुछ के वेखो उहदे भाणे तो उजाड़ बन गई। किन्ना वेखो रोना धोना पिया होया। सतगुरु रहमत करन। सो है ये उजाड़ बियाबान ते पर लोगों ने इनू नगर करके वसदा हमेशा लई मन लिया कि पक्के ही तंबू इत्थे गड्डे रहणगे। झूठ समगरी पेख है तां समगरी झूठे पदार्थों की झूठी है, पर इनू वेख वेख के सच कर जानिया। अभिमान अज्ञान कारण सच करके जानिया होया है, ये हमेशा ही रहनी है। काम क्रोध अहंकार, काम का मतलब है मंदी वासना, क्रोध गुस्से विच अते पदार्थों के हंकार दे विच फिर है दीवानिया। जीव कमलियां की तरह तुरे फिरदे हन, बोल न जाना। माया मद माता मरना चीत ना आवे। माया धारी अतन ना बोला, शब्द न सुनी बो रोल कचोला। क्यों विकारी पुरख माया धारी पुरख विकारां दे रौले गौले च कमला होया पिया है। कुछ उन्होंने सुझदा नहीं है कि की वेखना है की सुनना है। सिर लगा जम डंड, जदों जीवां दे सिर ते जमां दा डंडा लगदा है। गोरे कहंदे अज तो 100 साल पहलां सोचते जो अज हो रहा, जिहड़ा अज तो 100 साल बाद होना वो अज ही उन्होंने प्रबंध कर लेना। जिहड़े हिंदू ने कहंदे 50 साल तो सोचते तो असीं सिख अखमाउण वाले जदों सिर च वजे फिर वेखीदा भी ओह बाला बेंड हो गया, बरसातां तो पहलां बदलना चाहिए सी। जदों सिर च वजी इट फिर पता लगा। तो इस वास्ते जदों सिर च जमा का डंडा लगा, जम का डंड मूड में लागे खिन में करे नबेरा। पछतानिया फिर बड़ा पश्चाताप किया, बड़ा हुआ दुनीदार गल संगल खत चलाया। अगे करनी कीरत वाची है वह लेखा कर समझाया। ता न होई पौधी हुण सुनिए क्या रू आया। मन अंध है जन्म गवाया। बिन पूरे गुरु साहब जू धारण नहीं कीते, पूर्ण सतगुरु गुरु नानक देव जी की शरण पए तो बिना, गुरु गोबिंद सिंह जी का अमृत छके तो बिना, फिर तानिया मुख जीव काम क्रोध आदਿਕ ਦੀਆਂ ਚੰਚਲਤਾਈਆਂ ਸ਼ੈਤਾਨੀਆਂ ਕਰਨ ਦੇ ਵਿੱਚ ਤੁਰੇ ਫਿਰਦੇ ਹਨ। ਕਿਤੇ ਕਹਿ ਕੇ ਵੇਖੋ, ਕਹਿੰਦੇ ਉਹ ਗੱਲ ਨਹੀਂ ਕਰਨ ਦਿੰਦੇ, ਇੰਨੀ ਸ਼ੈਤਾਨੀ ਦੇ ਬਚਨ ਕਰਦੇ। ਅਖੇ ਜੀ ਦਾੜੀ ਨੂੰ ਕਿਹੜਾ ਡੱਡੇ ਲੱਗਣੇ ਨੇ, ਗਾਤਰਾ ਕਿਹੜਾ ਧਰਮ ਰਾਜੇ ਨੇ ਵੇਖਣਾ ਹੈ। ਇੰਜ ਬੜੀਆਂ ਚੁਸਤੀਆਂ ਦੇ ਉੱਤਰ ਦਿੰਦੇ ਨੇ। शैतान कौम है, चुस्त है,
गल मनदे नहीं। जिਉ निगुरा बहु बातां जाण, निगुरे बंदे नूं बहुतियां गल्लां आउंदियां ने। जिहड़ी साऊ जनानी है पत वरता धर्म च परपा किस्तरी, ਉਹ ਤਾਂ ਵਿਚਾਰੀ ਬੋਲਦੀ ਹੋਈ नहीं, झगड़ा ਉਹੀ करदी है ਜਿਹਦੇ पल्ले झूठ है। तो इस वास्ते झूठा बंदा वो किसी को टेका नहीं देंदा। जिਉ निगुरा बहु बातां जाण, वो हर दरगे है भ्रष्टी, गल्लां तां बहुतियां मारनियां जानदा, पर हरी की दरगाह दे विच भ्रष्टिया जांदा। बिन पूरे गुर दे फिरै सैतानिया, पूरे गुरां तो बगैर काम क्रोध आदि दीआं चंचलताइयां च वो लोग तुरे फिरदे हन। ये साहिबां ने सानू वैरागमई उपदेश बख्शिश कीता है। आओ गुरु चरनां च अरदास करिए कि महाराज असीं कलयुगी जीव हाँ, अवगणियारे साड़ियां भुल्लां नूं बख्श के सानू सीधे रस्ते पाओ जी। भुल चो क्षमा करनी, अगे तो समत बख्शने। काम क्रोध अहंकार फिरै दीवानिया, सिर लगा जम डंड तां पछतानिया। बिन पूरे गुरदेव फिरै सैतानिया। वाहिगुरु जी का खालसा, वाहिगुरु जी की फतेह। राम कली महला तीजा। आनंद को ओंकार सतगुरु प्रसाद, आनंद भया मेरी माए सतगुरु मैं पाया। सतगुर तां पाया सहज सेती, मन वजियां वाधाइयां। राग रतन परवार भरियां, शबद गामण आईयां। शब्दो तां गावो हरि के रामान। सतगुरु मैं पाया, मन मेरे सदा रहू हरनाले। ना रहो तू मन मेरे, दुख सब सारना। कारू करे तेरा कारज सब सवारना। सभना गल्लां समरथ सुआमी, सो क्यों मनो विसारे। कहै नानक मन मेरे सदा रहू हरनाले। साचे साहिबा क्या नहीं करते रे, करता तेरा सब कुछ है। जिस दे सो पावे, सदा शिव सलाह तेरी नाम मन वसावे। नाम जिन के मन वसिया, वाजी शब्द कनेरे। कहै नानक सच्चे साहिब क्या नहीं करते रे। सच्चा नाम मेरा आधार तू, साधना में आधार मेरा। जिन भुखा सब गवाइया, कर साध सुख मन आय वसिया। जिने इच्छा सब पुजाइया। सदा